ਸਿੱਖਿਆ ਵਿਦਿਆ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸਿੱਖਿਆ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਇਨਸਾਨ ਦਾ ਤੀਜਾ ਨੇਤਰ ਹੈ, ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਔਰ ਸਾਡੇ ਕੋਲ ਅੱਜ ਇਸੇ ਵਿਸ਼ੇ ਦੇ ਉੱਤੇ, ਇਸ ਗੰਭੀਰ ਵਿਸ਼ੇ ਦੇ ਉੱਤੇ ਬੜੀ ਪੈਨੀ ਨਜ਼ਰ ਰੱਖਦੇ ਨੇ ਉਹ ਐਸੀ ਸ਼ਖਸੀਅਤ ਨੂੰ ਅਸੀਂ ਸੱਦਾ ਦਿੱਤਾ ਹੈ ਜਿਨ੍ਹਾਂ ਦਾ ਨਾਮ ਉਂਝ ਕਿਸੇ ਤਾਰਫ ਦਾ ਮੁਹਤਾਜ ਨਹੀਂ ਹੈ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦਾ ਭਵਿੱਖ ਸੰਵਾਰਿਆ ਹੈ। ਉਪ ਕੁਲਪਤੀ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ। ਮੇਰੀ ਮੁਰਾਦ ਹੈ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ SP ਸਿੰਘ ਤੋਂ। आओ मुलाकात करते हैं। डॉक्टर साहब बहुत बहुत स्वागत सब तो पहले। शुक्रिया। दूरदर्शन के बेड़े दे विच और मेरे ख्याल ये दूरदर्शन वो अदारा है जिन्होंने तुसी तो गोद दे विच खिडाया भी है। ये मनना चाहिए कि जो ईवन बस सरके तो भी टैलीकास्ट हुंदा सी, मैं उत्थे भी जांदा सी, दिल्ली के प्रोग्रामां च भी जांदा सी। ते जदों इस बिल्डिंग च आया, कैंपस च आया, उदों तो लगातार बहुत चंगी तरह जरा जुड़िया जरा मैं व्यक्ति सी जी। ਹੁਣ ਵੱਖਰੀ ਗੱਲ ਹੈ ਕਾਫੀ ਦੇਰ ਬਾਅਦ ਇਸ ਤੋਂ ਪਹਿਲੇ ਕਿ ਮੈਨੂੰ ਲੱਗਦਾ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਕਿਉਂ ਨਾ ਥੋੜ੍ਹਾ ਜਿਹਾ ਸਾਨੂੰ ਇਹ ਤੁਸੀਂ ਝਾਤ ਪਾਓ ਵੀ ਉਸ ਸਮੇਂ ਜਦੋਂ ਇਹ ਅੰਮ੍ਰਿਤਸਰ ਤੋਂ ਜਲੰਧਰ ਸ਼ਿਫਟ ਹੋਇਆ, ਫਿਰ ਬਲੈਕ ਐਂਡ ਵਾਈਟ ਤੋਂ ਕਲਰਡ ਹੋਇਆ, ਕਿਸ ਤਰੀਕੇ ਦਾ ਤੁਸੀਂ ਬਦਲਾਅ ਦੇਖਦੇ ਹੋ? ਔਰ ਅੱਜ ਤੁਸੀਂ ਜਿਸ ਸਟੂਡੀਓ 'ਚ ਬੈਠੇ ਦੇਖੋ, ਉਸ ਵੇਲੇ ਸਕਸੈਸਫੁਲ ਇਸ ਕਰਕੇ ਹੋਇਆ ਸੀ ਕਿ ਜਿੰਨਾ ਸਟਾਫ ਸੀ, ਪ੍ਰੋਡਿਊਸਰ ਸਨ, ਅਸਿਸਟੈਂਟ ਸਨ, ਟੈਕਨੀਕਲ ਸਟਾਫ ਸੀ, ਉਹ ਨੌਕਰੀ ਨਹੀਂ ਸੀ ਕਰਦਾ। ਉਹ ਡੈਡੀਕੇਸ਼ਨ ਨਾਲ ਇਹਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਉਹਨਾਂ ਦਾ ਯਤਨ ਹੁੰਦਾ ਸੀ। ਅਤੇ ਉਹ ਕੰਪੀਟੀਸ਼ਨ ਆਪਣੇ ਦੋ ਸਮਝਦੇ ਸਨ। ਇੱਕ ਕੰਪੀਟੀਸ਼ਨ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ ਦਿੱਲੀ ਨਾਲ, ਦੂਜਾ ਕੰਪੀਟੀਸ਼ਨ ਪਾਕਿਸਤਾਨ ਲਾਹੌਰ PTV ਜਿਹਨੂੰ ਕਹਿੰਦੇ ਪਾਕਿਸਤਾਨ ਟੈਲੀਵਿਜ਼ਨ ਨਾਲ, ਕਿਉਂਕਿ ਉਸ ਵੇਲੇ ਜਿਹੜਾ PTV ਜਿਹੜਾ ਸੀ ਚੈਨਲ ਉਹ ਅੰਮ੍ਰਿਤਸਰ ਜਲੰਧਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ, ਉਹਦੀ ਐਕਸੈਸ ਹੈ ਸੀ। ਸੋ ਉਸ ਵੇਲੇ ਔਰ ਕਿਉਂਕਿ ਉਹਨਾਂ ਦੇ ਪਲੇ ਅਤੇ ਉਹਨਾਂ ਦੇ ਪ੍ਰੋਗਰਾਮ ਟੈਕਨੀਕਲੀ ਕਾਫੀ ਸਾਊਂਡ ਹੁੰਦੇ ਸਨ, ਸੋ ਉਹਨਾਂ ਨੂੰ ਟਾਰਗੇਟ ਉਸ ਵੇਲੇ ਸਨ ਹੀ ਹੁੰਦੇ ਸਨ ਪ੍ਰੋਡਿਊਸਰ। ਉਹ ਦਿਨ ਰਾਤ ਉਸੇ ਗੱਲ ਸਨ ਕਿ ਕਿਸੇ ਤਰ੍ਹਾਂ ਮੈਂ ਜਿਹੜਾ ਹੈ ਉਹ ਉਦੋਂ ਥੱਲੇ ਨਹੀਂ ਰਹਿਣਾ ਚਾਹੀਦਾ। ਔਰ ਬਹੁਤ ਅੱਛੇ ਪ੍ਰੋਗਰਾਮ ਦੂਰਦਰਸ਼ਨ ਨੇ, ਸੀਰੀਅਲ ਵੀ ਸ਼ਾਇਦ ਸੁਪਨੇ ਦੇ ਪਰਛਾਵੇਂ ਨਾਂ ਦਾ ਸੀਰੀਅਲ, ਇਹ ਦੂਰਦਰਸ਼ਨ ਦੀ ਹਿਸਟਰੀ 'ਚ ਪਹਿਲੀ ਵਾਰੀ ਸੀ ਜਿਹੜਾ 40 ਕਿਸ਼ਤਾਂ 'ਚ ਹੋਇਆ ਸੀ। ਔਰ ਹਰਜੀਤ ਉਹਨਾਂ ਨੇ ਉਹਨੂੰ ਡਾਇਰੈਕਟ ਕੀਤਾ ਸੀ। ਸੋ ਆਪਣੇ ਆਪ 'ਚ ਲੋਕ ਆਖਦੇ ਨੇ ਪ੍ਰੋਗਰਾਮ ਸੀ, ਮੈਂ ਲਗਾਤਾਰ ਕਰਦਾ ਰਿਹਾ। ਲੋਕ ਆਖਦੇ 'ਚ 100 ਤੋਂ ਵੱਧ ਦੀ ਆਡੀਅנס ਹੁੰਦੀ ਸੀ। ਐਕਸਪਰਟ ਜਿਹੜਾ VIP ਜਿਹੜਾ ਸੀ ਉਹ ਹੁੰਦਾ ਸੀ, ਕ੍ਰਾਸ ਕੁਐਸਚਨਿੰਗ ਹੁੰਦੀ ਸੀ, ਜਿਵੇਂ ਅੱਜ ਅਸੀਂ ਖੁੱਲ੍ਹਾ ਦਰਬਾਰ ਕਹਿ ਦਿੰਦੇ ਹਾਂ। ਖੁੱਲ੍ਹੇ ਦਰਬਾਰ ਵਾਕਮ ਦੂਰਦਰਸ਼ਨ ਜਿਹੜਾ ਸੀ ਉਹਨੂੰ ਕੰਟਰੋਲ ਕਰਦਾ ਸੀ। ਸੋ ਇਹ ਸਮਾਂ ਸੀ, ਉਹ ਸਮਾਂ ਸੀ। ਮੇਰੇ ਖਿਆਲ ਉਸ ਸਮੇਂ ਬਲੈਕ ਐਂਡ ਵਾਈਟ ਜਿਹੜਾ ਅੰਮ੍ਰਿਤਸਰ ਤੋਂ ਚੱਲਦਾ ਸੀ ਉਹ ਇੱਕ ਨਹੀਂ, ਜਲੰਧਰ ਵੀ ਪਹਿਲਾਂ ਬਲੈਕ ਐਂਡ ਵਾਈਟ ਸੀ, ਇਹ ਬਾਅਦ 'ਚ ਕਲਰਡ ਹੋਇਆ। ਹਾਂ, ਉਹ ਟੇਪ ਜਿਹੜੀ ਜਾਂਦੀ ਸੀ ਤੇ ਉੱਥੇ ਤੇ ਉਦੋਂ ਮਤਲਬ ਇਹ ਸੀ ਕਿ ਪਹਿਲੀ ਵਾਰੀ ਇੱਕ ਆਨਲਾਈਨ ਪ੍ਰੋਗਰਾਮ ਜਿਹੜਾ ਉਹ ਤਿੰਨ ਜਿਹੜੇ ਸਨ ਦੂਰਦਰਸ਼ਨ ਕੇਂਦਰ ਜਿਨ੍ਹਾਂ 'ਚ ਜਲੰਧਰ, ਦਿੱਲੀ ਅਤੇ ਭੋਪਾਲ, ਸੋ ਤਿੰਨਾਂ ਦਾ ਜਿਹੜਾ ਸੀ ਉਹ ਇੱਕ ਇੰਟਰਵਿਊ ਹੋਈ ਸੀ ਜਿਹਦੇ ਵਿੱਚ ਐਜੂਕੇਸ਼ਨ ਬਾਰੇ ਪ੍ਰੋਗਰਾਮ ਸੀ। ਮੈਂ ਉਹਦੇ 'ਚੋਂ ਪੰਜਾਬ ਜਲੰਧਰ ਨੂੰ ਮੈਂ ਰਿਪਰੈਜ਼ੈਂਟ ਕਰਦਾ ਸੀ। ਬੜੀਆਂ ਖੂਬਸੂਰਤ ਯਾਦਾਂ ਨੇ ਤੁਹਾਡੇ ਕੋਲ। ਮੁਰਲੀ ਮਨੋਹਰ ਜੋਸ਼ੀ ਹੋਰੀ ਜਿਹੜੇ ਸੀ ਉਸ ਵੇਲੇ ਐਜੂਕੇਸ਼ਨ ਮਿਨਿਸਟਰ ਹੁੰਦੇ ਸੀ, ਉਹ ਦਿੱਲੀ ਤੋਂ ਉਹਨੂੰ ਮਤਲਬ ਕੰਟਰੋਲ ਕਰ ਰਹੇ ਸੀ। ਤਾਂ ਸਾਰਾ ਜਿਹੜਾ ਇੱਕ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਗੱਲਬਾਤ ਹੁੰਦੀ ਸੀ। ਇੱਕ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਦੂਰਦਰਸ਼ਨ ਦੇ ਇਤਿਹਾਸ ਬਾਰੇ ਵੀ ਮੇਬੀ ਆਉਣ ਵਾਲੇ ਸਮੇਂ 'ਚ ਅਸੀਂ ਉਲੀਕੀਏ। ਫਿਲਹਾਲ ਅੱਜ ਦੇ ਵਿਸ਼ੇ ਵੱਲ ਵਧੀਏ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ, ਜਿਹਦੇ ਬਾਰੇ ਨਾ ਸਿਰਫ ਸਾਡੇ ਪ੍ਰੋਗਰਾਮ ਦਾ ਵਿਸ਼ਾ ਬਲਕਿ ਪੂਰੇ ਪੰਜਾਬ ਦੇ ਲਈ ਇਹ ਇੱਕ ਬੜਾ ਵੱਡਾ ਗੰਭੀਰ ਵਿਸ਼ਾ ਹੈ, ਜਿਹਨੂੰ ਅਸੀਂ ਪ੍ਰਵਾਸ ਕਹਿ ਲੈਂਦੇ ਹਾਂ। ਔਰ ਪ੍ਰਵਾਸ ਦੇ ਨਾਲ ਜਦੋਂ ਸਾਡਾ ਨੌਜਵਾਨ ਸਿੱਖਿਆ ਪ੍ਰਣਾਲੀ ਤੋਂ ਕਿੱਦਾਂ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਕਿ ਉਹ ਬਾਹਰਲੇ ਪਾਸੇ ਪ੍ਰਵਾਸ ਕਰਦਾ ਹੈ ਵਿਦੇਸ਼ਾਂ ਦੇ ਵੱਲ, ਇਸ ਬਾਰੇ ਗੱਲਬਾਤ ਕਰਾਂਗੇ। ਪਰ ਇਸ ਤੋਂ ਪਹਿਲੇ ਗੱਲ ਨੂੰ ਅੱਗੇ ਤੋਰੀਏ। ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ ਤੇ ਪ੍ਰਵਾਸ ਤਾਂ ਹਰ ਸਭਿਅਤਾ ਦਾ ਹਿੱਸਾ ਰਿਹਾ ਹੈ। ਸਾਡੇ ਇੱਧਰ ਦਾ ਪ੍ਰਵਾਸ ਦਾ ਜਿਹੜਾ ਪਿਛੋਕੜ ਹੈ, ਇਤਿਹਾਸ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜੇ ਅਸੀਂ ਦੇਖੀਏ ਤੇ ਅਸੀਂ ਸਾਰੇ ਜਿਹੜੇ ਨੇ ਜਿਹਨੂੰ ਅਸੀਂ ਆਰੀਅਨ ਕਹਿੰਦੇ ਹਾਂ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਪ੍ਰਵਾਸੀ ਨੇ। ਅੱਛਾ। ਅਸੀਂ ਸਾਊਥ ਈਸਟ ਏਸ਼ੀਆ ਤੋਂ ਜਿਹੜਾ ਹੈ ਉਹ ਚੰਗੇ ਖੇਤਰ ਦੀ ਭਾਲ ਦੇ ਵਿੱਚ ਜਿਹੜਾ ਉਹ ਪੰਜਾਬ ਔਰ ਪੰਜਾਬ ਤੋਂ ਬਾਅਦ ਨਾਰਦਰਨ ਇੰਡੀਆ ਦੇ ਵਿੱਚ ਜਿਹੜਾ ਸੀ ਉਹ ਐਂਟਰ ਕੀਤੇ ਸੀ, ਕਿਉਂਕਿ ਇੱਥੋਂ ਦੀ ਜ਼ਮੀਨ ਉਪਜਾਊ ਸੀ, ਦਰਿਆਵਾਂ ਦੇ ਪਾਣੀ ਸਨ। ਔਰ ਉਸ ਗੱਲ ਲਈ ਜਿਹੜੇ ਅਰਬ ਦੇਸ਼ਾਂ ਤੋਂ ਵੀ ਦੂਜੇ ਵੀ ਸਾਰੇ ਵਾਇਆ ਅਫਗਾਨਿਸਤਾਨ ਉਹ ਇੱਥੇ ਜਿਹੜੇ ਸਨ ਉਹ ਆ ਕੇ ਸੈਟਲ ਹੋਏ।
ਇੱਥੇ ਦੇ ਜਿਹੜੇ ਲੋਕਲ ਰੈਜ਼ੀਡੈਂਟ ਸਨ ਉਹ ਦਰਾਵੜੀਅਨ ਸਨ, ਹੂੰ। ਜਿਹੜੇ ਇੱਥੋਂ ਤੱਕ ਕੇ ਜਿਹੜਾ ਉਹ ਸਾਊਥ ਜਿਹੜੇ ਨੇ ਉਹ ਚਲੇ ਗਏ। ਸੋ ਮੂਲ ਤੌਰ ਦੇ ਉੱਤੇ ਜੇ ਕਹੀਏ ਤੇ ਜਿਹੜੇ ਅਸੀਂ ਜਿਹਨੂੰ ਅਸੀਂ ਪੰਜਾਬੀ ਆਪਣੇ ਆਪ ਨੂੰ ਕਹਿੰਦੇ ਹਾਂ ਜੀ। ਜਾਂ ਅਸੀਂ ਉੱਤਰੀ ਭਾਰਤ ਵਾਲੇ ਕਹਿੰਦੇ ਹਾਂ, ਅਸੀਂ ਸਾਰੇ ਪ੍ਰਵਾਸੀ ਹਾਂ। ਹੂੰ। ਲੇਕਿਨ ਉਹ ਪ੍ਰਵਾਸ ਇੰਨਾ ਪੁਰਾਣਾ ਹੋ ਗਿਆ ਕਿ ਅਸੀਂ ਆਪ ਹੀ ਇੱਥੋਂ ਦੇ ਮਾਲਕ ਜਿਹੜੇ ਨੇ ਉਹ ਬਣ ਗਏ। ਔਰ ਉਹ ਪ੍ਰਵਾਸ ਰੁਚੀ ਜਿਹੜੀ ਹੈ ਹੂੰ। ਇਹ ਵੈਸੇ ਵੀ ਪੰਜਾਬੀਆਂ ਲਈ ਵਿਸ਼ੇਸ਼ ਤੌਰ ਤੇ, ਜਾਂ ਤੁਸੀਂ ਜਿਹੜਾ ਕਹਿੰਦੇ ਹੋ ਕਿ ਅਸੀਂ ਸਟੇਟਿਕ ਕੌਮ ਨਹੀਂ ਹੈਗਾ ਹੂੰ। ਕਿ ਇੱਕ ਥਾਂ ਦੇ ਉੱਤੇ ਬੈਠੇ ਰਹਿਣ ਵਿੱਚ ਨਹੀਂ ਹੁੰਦੇ। ਠੀਕ ਹੈ। ਜਿੱਥੇ ਵੀ ਚੰਗੀਆਂ ਅਪਰਚੁਨਿਟੀ ਮਿਲਦੀਆਂ ਨੇ ਉਹ ਪੁਰਾਣੇ ਜ਼ਮਾਨੇ ਤੋਂ ਵੀ ਜਿਹੜਾ ਉਹ ਚੱਲਦੀਆਂ ਸਨ। ਯਾਨੀ ਵੇਦਾਂ ਪੁਰਾਣਾਂ ਦੇ ਸਮੇਂ ਤੋਂ ਜਦੋਂ ਤੋਂ ਤੁਸੀਂ ਗੱਲ ਸੁਣਾ ਰਹੇ ਹੋ ਪ੍ਰਵਾਸ ਦੀ, ਤਾਂ ਅਸੀਂ ਲੋਕਾਂ ਨੇ ਪ੍ਰਵਾਸ ਕੀਤਾ ਇਸ ਧਰਤੀ ਤੇ ਕਿਉਂਕਿ ਇਹ ਧਰਤੀ ਉਪਜਾਊ ਸੀ। ਉਪਜਾਊ ਸੀ ਜੀ। ਔਰ ਅੱਜ ਇਸੇ ਧਰਤੀ ਤੇ ਜਿਹੜੇ ਪੁੱਤ ਨੇ ਜਿਹੜੇ ਜਾਏ ਨੇ ਉਹ ਵਿਦੇਸ਼ਾਂ ਵੱਲ ਨੂੰ, ਯੂਰਪ ਵੱਲ ਨੂੰ ਤੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਨੇ। ਦੇਖੋ ਇਹ ਵੀ ਨਹੀਂ ਗੱਲ, ਹਾਂ। ਜਿਹੜਾ ਪ੍ਰਵਾਸ ਸੀ ਉਹ ਪ੍ਰਵਿਰਤੀ ਜਿਹੜੀ ਹੈ ਉਹ ਨਿਰੰਤਰ ਤੌਰ ਦੇ ਉੱਤੇ ਜਿਹੜੀ ਉਹ ਚੱਲਦੀ ਰਹੀ। ਤੁਹਾਨੂੰ ਹੈਰਾਨੀ ਹੋਏਗੀ ਕਿ ਪ੍ਰਵਾਸ ਸ਼ਬਦ, ਵਲਾਇਤ ਸ਼ਬਦ ਗੁਰਬਾਣੀ ਵਿੱਚ ਬਾਰ-ਬਾਰ ਆਉਂਦਾ। ਔਰ ਉਹਦੇ ਵਿੱਚ ਵੀ ਜਿਹੜਾ ਪ੍ਰਵਾਸ ਦੇ ਜਿਹੜੇ ਰੁਝਾਨ ਜਿਹਨਾਂ ਨੂੰ ਅੱਜ ਅਸੀਂ ਕਹਿੰਦੇ ਹਾਂ ਉਹਨਾਂ ਦੇ ਵੀ ਵਰਣਨ ਹੈ ਕਿ ਮਤਲਬ ਉਹਦੇ 'ਚ ਇੱਕ ਤਾਂ ਤੁਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕਿ ਪ੍ਰਵਾਸ ਦੇ ਨਾਲ ਜਿਹੜਾ ਪ੍ਰਵਾਸੀ ਹੈ ਉਹ ਵਿਕਾਰ ਵੀ ਨਾਲ ਲੈ ਕੇ ਜਾਂਦਾ। ਹੁਣ ਅੱਜ ਅਸੀਂ ਕਹਿੰਦੇ ਹਾਂ ਜੀ ਵੇਖੋ ਜੀ ਉੱਥੇ ਜਾ ਕੇ ਜੀ ਕੈਨੇਡਾ ਵਿੱਚ ਉੱਥੇ ਮੁੰਡੇ ਲੜਦੇ ਨੇ ਜੀ, ਮੁੰਡੇ ਇਹ ਕਰਦੇ ਨੇ, ਵਿਕਾਰ ਜਿਹੜੇ ਨੇ ਲੋਭ ਮੋਹ ਹੰਕਾਰ ਔਰ ਇਹ ਨਾਲ ਹੀ ਜਿਹੜੇ ਨੇ ਉਹ ਚੱਲਦੇ ਨੇ ਪ੍ਰਵਾਸ ਤੇ। ਸੋ ਉਹ ਜਦੋਂ ਗਿਣਤੀ ਵੱਧਦੀ ਹੈ ਤਾਂ ਉਦੋਂ ਪ੍ਰਵਾਸ ਦੇ ਰੁਝਾਨ ਹੋਰ ਬਣ ਜਾਂਦੇ ਨੇ। ਹੁਣ ਸਾਡੀ ਜਿਹੜੀ ਇੱਥੇ ਦੀ ਜਿਹੜੀ ਸਮੱਸਿਆ ਜਿਹੜੀ ਹੈ ਉਹ ਇਹ ਹੈ ਕਿ ਦੋ ਕਾਰਨਾਂ ਕਰਕੇ ਪ੍ਰਵਾਸ ਜਿਹੜਾ ਉਹ ਹੋ ਰਿਹਾ। ਇੱਕ ਤੇ ਨਵੇਂ ਇੱਥੇ ਬਾਅਦ ਚ ਆਨੇ, ਪਹਿਲੇ ਇਹ ਹੈ ਵੀ ਤੁਸੀਂ ਜਦੋਂ ਇੱਕ ਤਾਂ ਵੇਦਾਂ ਪੁਰਾਣਾਂ ਦਾ ਪ੍ਰਵਾਸ ਦੱਸ ਦਿੱਤਾ, ਉਦੋਂ ਬਾਅਦ 20ਵੀਂ ਤੇ 21ਵੀਂ ਸਦੀ ਦੇ ਪ੍ਰਵਾਸ ਦੇ ਵਿੱਚ ਵੀ ਤਾਂ ਕੁਝ ਪਰਿਵਰਤਨ, ਕੁਝ ਦੇਖੋ ਇਹ ਵੀ ਉਸੇ ਰੁਚੀ 'ਚ ਜਿਹੜਾ ਆਇਆ। ਠੀਕ ਹੈ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਵਿੱਚ ਸਭ ਤੋਂ ਪਹਿਲਾਂ ਮਤਲਬ ਜਿਹੜਾ ਸੀ ਉਹ ਵਾਪਸੀ ਜਦੋਂ ਫੌਜੀ ਜਿਹੜੇ ਸਨ ਜਿਨ੍ਹਾਂ ਨੂੰ ਵਿਕਟੋਰੀਆ ਕ੍ਰਾਸ ਮਿਲਣਾ ਸੀ, ਉਹ ਵਾਪਸ ਜਦੋਂ ਆ ਰਹੇ ਸਨ ਤੇ ਉਹ ਕੈਨੇਡਾ ਜਹਾਜ਼ ਜਿਹੜਾ ਸੀ ਰੁਕਿਆ ਸੀ ਤੇ ਉਹਨਾਂ ਨੇ ਦੇਖਿਆ ਇੱਥੇ ਜੰਗਲ ਨੇ, ਇੱਥੇ ਬੜੀ ਫਰਟਾਈਲ ਲੈਂਡ ਹੈ ਔਰ ਉਹ ਵਾਪਸ ਇੰਡੀਆ ਪਹੁੰਚ ਕੇ ਉਦੋਂ ਬਾਅਦ ਫਿਰ ਜਿਹੜਾ ਉਹਨਾਂ ਨੇ ਦੇਖਿਆ ਕਿ ਇੱਥੇ ਅਸੀਂ ਜਿਹੜਾ ਆਪਣਾ ਰੁਜ਼ਗਾਰ ਜਿਹੜਾ ਉਹ ਲੱਭ ਸਕਦੇ। ਸੋ ਇਹ ਇਵੇਂ ਨਿਊਜ਼ੀਲੈਂਡ ਦੂਜੀ ਸੰਸਾਰ ਜੰਗ ਦੇ ਬਾਅਦ ਦੀ ਗੱਲ, ਦੂਜੀ ਸੰਸਾਰ ਜੰਗ ਤੋਂ ਬਾਅਦ ਨਿਊਜ਼ੀਲੈਂਡ 'ਚ ਵੀ, ਆਸਟ੍ਰੇਲੀਆ ਵਿੱਚ ਵੀ, ਬਾਕੀ ਲੰਡਨ ਵਿੱਚ ਵੀ, ਇਹ ਸਾਰਾ ਜਿਹੜਾ ਪ੍ਰਵਾਸ ਜਿਹੜਾ ਉਹ ਉਸੇ ਜਿਹੜਾ ਸਾਡਾ ਯੂਰਪ ਦਾ ਪ੍ਰਵਾਸ ਹੈ ਉਹ ਤਾਂ ਅੰਗਰੇਜ਼ਾਂ ਦੇ ਰਾਜ ਕਰਕੇ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਇਆ ਤੇ ਉਹਦੇ ਵਿੱਚ ਜਿਹੜੇ ਨੇ ਉਹ ਗਏ। ਲੇਕਿਨ ਅਸੀਂ ਦੁਨੀਆ ਦਾ ਕੋਈ ਦੇਸ਼ ਜਿਹੜਾ ਉਹ ਨਹੀਂ ਛੱਡਿਆ, ਇਸ ਕਰਕੇ ਕਿ ਜਿੱਥੇ ਵੀ ਚੰਗਾ ਖਿੱਤਾ ਲੱਭਿਆ, ਚੰਗੀਆਂ ਜਿਹੜੀਆਂ ਨੇ ਉਹ ਅਪਰਚੁਨਿਟੀਜ਼ ਜਿਹੜੀਆਂ ਲੱਗੀਆਂ ਨੇ, ਜਿੱਥੇ ਕੁਝ ਕਿਉਂਕਿ ਪੰਜਾਬੀ ਜਿਹੜਾ ਸੁਭਾਅ ਦੇ ਤੌਰ ਤੇ ਇੱਕ ਪਾਸੇ ਚੁਣੌਤੀਆਂ ਨੂੰ ਸਵੀਕਾਰ ਕਰਦਾ ਜੀ, ਦੂਜੇ ਪਾਸੇ ਜਿਹੜੀਆਂ ਨੇ ਉਸ ਦੇ ਵਿੱਚ ਉਪਰਾਲੇ ਕਰਕੇ ਆਪਣੀ ਥਾਂ ਬਣਾਉਂਦਾ। ਬਿਲਕੁਲ ਸਹੀ। ਉਹਦੇ ਕਰਕੇ ਇਹ ਪ੍ਰਵਾਸ ਦਾ ਰੁਝਾਨ ਜਿਹੜਾ ਹੈ ਇਹ ਅੰਗਰੇਜ਼ਾਂ ਵੇਲੇ ਇੱਕ ਪਾਸੇ ਦੱਸੀ ਉਹ ਇੰਗਲੈਂਡ ਨਾਲ ਜਾਂ ਯੂਰਪ ਦੇ ਕੰਟਰੀਜ਼ ਨਾਲ, ਦੂਜੇ ਪਾਸੇ ਜਿਹੜਾ ਇਹ ਜਿਹੜੇ ਖਿੱਤੇ ਸਨ ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਬਰਮਾ, ਇਹ ਸਾਰੇ ਜਿਹੜੇ ਇਲਾਕੇ ਸਨ ਇੱਥੇ ਵੀ ਜਿਹੜਾ ਉਹ ਪ੍ਰਵਾਸ ਜਿਹੜਾ ਸੀ ਜਾਂਦਾ ਸੀ। ਜੇ ਅਸੀਂ ਦੇਖਿਆ ਜਾਏ ਉਸ ਵੇਲੇ ਦਾ ਜਿਹੜਾ ਰੁਝਾਨ ਸੀ ਸ਼ਾਇਦ ਉਹ ਵੱਖਰੀ ਕਿਸਮ ਦਾ ਸੀ। ਸ਼ਾਇਦ ਉਸ ਪ੍ਰਵਾਸ ਦੇ ਕਰਕੇ ਹੀ ਸਾਨੂੰ ਭਗਤ ਸਿੰਘ ਵੀ ਮਿਲਦਾ ਹੈ, ਸਾਨੂੰ ਸੁਭਾਸ਼ ਚੰਦਰ ਬੋਸ ਵੀ ਮਿਲਦਾ ਹੈ, ਜਿਨ੍ਹਾਂ ਨੇ ਆਜ਼ਾਦੀ ਦੇ ਉਸ ਸੰਗਰਾਮ ਦੇ ਵਿੱਚ ਬੜਾ ਵੱਡਾ ਅਹਿਮ ਯੋਗਦਾਨ ਪਾਇਆ, ਜੇ ਮੈਂ ਗਲਤ ਨਹੀਂ ਹਾਂ। ਦੇਖੋ ਜਿਹੜਾ ਉਹ ਪ੍ਰਵਾਸ ਆ ਆਜ਼ਾਦੀ ਦੀ ਲਹਿਰ ਦੇ ਨਾਲ ਜਿਹੜਾ ਉਹ ਇੰਨਾ ਕੁ ਫਰਕ ਜ਼ਰੂਰ ਹੈ ਕਿਉਂਕਿ ਤੁਸੀਂ ਨਾਂ ਲਿਆ ਭਗਤ ਸਿੰਘ ਦਾ ਜਾਂ ਦੂਜਾ, ਸਭ ਤੋਂ ਵੱਧ ਜੇ ਆਜ਼ਾਦੀ ਦੀ ਲਹਿਰ ਦੇ ਵਿੱਚ ਪ੍ਰਵਾਸੀਆਂ ਦਾ ਯੋਗਦਾਨ ਹੈ ਤੇ ਉਹ ਗਦਰ ਲਹਿਰ ਦੀ ਮੂਵਮੈਂਟ ਨਾਲ ਜੋੜਿਆ ਜਾ ਬਿਲਕੁਲ ਸਹੀ ਕਿ ਲੋਕ ਅਮਰੀਕਾ ਗਏ ਸਨ, ਚੰਗੇ ਜਿਹੜੇ ਸਨ ਉਹ ਰੁਜ਼ਗਾਰ ਦੀ ਭਾਲ ਵਿੱਚ ਚੰਗੇ ਉੱਥੇ ਸੈਟਲ ਹੁੰਦੇ ਸਨ, ਲੇਕਿਨ ਉੱਥੋਂ ਦੀ ਜਿਹੜੀ ਬੋਲਣ ਦੀ ਆਜ਼ਾਦੀ, ਰਹਿਣ ਦੀ ਆਜ਼ਾਦੀ, ਖਾਣ ਪੀਣ ਦੀ ਆਜ਼ਾਦੀ ਔਰ ਉਸ ਦੇ ਨਾਲ ਨਾਲ ਆਪਣੀਆਂ ਉਹਨਾਂ ਦੇ ਅੱਖਾਂ ਖੁੱਲ੍ਹ ਗਈਆਂ ਕਿ ਆਜ਼ਾਦੀ ਹੁੰਦੀ ਕੀ ਹੈ। ਸਾਨੂੰ ਪਤਾ ਹੀ ਉਦੋਂ ਲੱਗਾ ਕਿ ਆਜ਼ਾਦੀ ਦਾ ਮਤਲਬ ਕੀ ਹੈ। ਔਰ ਉਹ ਆਜ਼ਾਦੀ ਦਾ ਮਤਲਬ ਜਿਹੜਾ ਹੈ ਉਹਦੀ ਤਲਾਸ਼ ਦੇ ਵਿੱਚ ਫਿਰ ਜਿਹੜਾ ਹੈ ਉਹ ਉੱਥੋਂ ਦੇ ਜਿਹੜੇ ਕਿਸਾਨ ਸਨ, ਉੱਥੋਂ ਦੇ ਜਿਹੜੇ ਫਾਰਮਰ ਸਨ, ਉਹਨਾਂ ਨੇ ਮਤਲਬ ਜਿਹੜੀ ਹੈ ਸੰਘਰਸ਼ ਸ਼ੁਰੂ ਕੀਤਾ, ਜਿਹਨੂੰ ਅਸੀਂ ਗਦਰ ਲਹਿਰ ਦੇ ਨਾਲ ਜਿਹੜਾ ਉਹ ਜੋੜ ਕੇ ਕਰਨਾ। ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਗਦਰ ਲਹਿਰ ਬੇਸਿਕਲੀ ਪਹਿਲਾ ਆਜ਼ਾਦੀ ਦਾ ਜਿਹੜਾ ਸੰਘਰਸ਼ ਸੀ ਉਹਦਾ ਇਤਿਹਾਸ ਦੇ ਵਿੱਚ ਹੁੰਦਾ ਔਰ ਉਹ ਵੀ ਪ੍ਰਵਾਸੀਆਂ ਨੇ ਆ ਕੇ ਲੜਿਆ। ਅੱਛਾ, ਹੁਣ ਅਸੀਂ ਪ੍ਰਵਾਸ ਦੀ ਜਦੋਂ ਗੱਲ ਕਰਦੇ ਹਾਂ ਡਾਕਟਰ ਸਾਹਿਬ, ਤਾਂ ਜੋ ਸਾਡਾ ਅਜੋਕਾ ਸੰਦਰਭ ਹੁਣ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਨੌਜਵਾਨੀ ਦਾ ਇੱਕ ਬਹੁਤ ਵੱਡਾ ਵਰਗ ਹੈ
ਜਿਹਦੇ 'ਚ ਨੌਜਵਾਨਾਂ ਤੋਂ ਉੱਪਰ ਦੇ ਜਿਹੜੇ ਉਹਨਾਂ ਦੇ ਮਾਤਾ ਪਿਤਾ ਨੇ ਉਹ ਵੀ ਉਸੇ ਲੜੀ ਦਾ ਹਿੱਸਾ ਨੇ। ਸ਼ਾਇਦ ਉਹ ਜਾ ਨਹੀਂ ਸਕੇ ਤੇ ਹੁਣ ਜਿਹੜੇ ਉਹ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਹੀਲੇ ਜੋ ਮਰਜ਼ੀ ਬਾਏ ਹੁੱਕ ਔਰ ਕਰੁੱਕ ਜਿਵੇਂ ਕਹਾ ਅੰਗਰੇਜ਼ੀ 'ਚ ਨਾ, ਉਹ ਕਹਿੰਦੇ ਨੇ ਵੀ ਉੱਥੇ ਸੈਟਲ ਹੋ ਜਾਣ, ਉੱਥੇ ਚਲੇ ਜਾਣ। ਤੇ ਉਹਦੇ ਵਾਸਤੇ ਸਭ ਤੋਂ ਆਸਾਨ ਤਰੀਕਾ ਸ਼ਾਇਦ ਉਹਨੂੰ ਲੱਗਦਾ ਵੀ ਸਿੱਖਿਆ ਹਾਸਿਲ ਕਰਨ ਦੇ ਲਈ ਉਹਨਾਂ ਨੂੰ ਉੱਥੇ ਭੇਜਣਾ। ਇਹਦੇ 'ਚ ਕਿੰਨੀ ਕੁ ਸੱਚਾਈ ਹੈ ਕਿ ਵੈਸੇ ਜਾਣਾ ਵਾਕਈ ਬੜਾ ਔਖਾ ਹੈ ਤੇ ਸਿੱਖਿਆ ਦੇ ਜ਼ਰੀਏ ਜਾਣਾ ਆਸਾਨ ਹੈ, ਇਸ ਕਰਕੇ ਰੁਝਾਨ ਜ਼ਿਆਦਾ ਹੈ? ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਜਿਹੜਾ ਪ੍ਰਵਾਸ ਦਾ ਹੁਣ ਦਾ ਰੁਝਾਨ ਹੈ ਇਹ ਕਿੱਧਰਲੇ ਪਾਸੇ ਨੂੰ ਜਾ ਰਿਹਾ? ਦੇਖੋ, ਇਹ ਪ੍ਰਵਾਸ ਦਾ ਹੁਣ ਦਾ ਰੁਝਾਨ ਤੇ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਜਾਣਾ ਉਹਦੇ ਕਈ ਰੂਟ ਜਿਹੜੇ ਨੇ ਹੈ ਨੇ, ਜਿਵੇਂ ਐਕਸਪ੍ਰੈਸ ਐਂਟਰੀ ਵੀਜ਼ਾ ਜਾਂ ਦੂਜੇ ਨੇ, ਉਹਨਾਂ ਲਈ ਸਕੋਰਿੰਗ ਚਾਹੀਦੀ ਹੈ, ਉਹਨਾਂ ਲਈ ਆਇਲਸ ਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜਾ ਉਹ ਹਾਈ ਗ੍ਰੇਡ ਚਾਹੀਦਾ ਜੀ, ਉਹ ਬੈਂਡ ਚਾਹੀਦਾ। ਉਹਦੇ ਇਲਾਵਾ ਮਤਲਬ ਜਿਹੜਾ ਹੈ ਇਹ ਸਿੱਖਿਆ ਦਾ ਹੁੰਦਾ ਕਿ ਜੇ ਛੋਟੀ ਇੰਸਟੀਚਿਊਟ ਚਲੇ ਜਾਓ ਤੇ ਉਹ 5.5-6 ਉੱਤੇ ਵਿੱਚ ਕੰਮ ਚੱਲ ਜਾਂਦਾ। ਲੇਕਿਨ ਜੇਕਰ ਤੁਸੀਂ ਕਿਸੇ ਵੱਡੀ ਯੂਨੀਵਰਸਿਟੀ ਜਾਣਾ ਤਾਂ ਉੱਥੇ 7 ਜਾਂ 8 ਦੀ ਕੰਡੀਸ਼ਨ ਹੁੰਦੀ ਹੈ। ਸੋ ਸਾਡੇ ਬਹੁਤੇ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਵੀ ਨੇ ਉਹ ਸਾਰੇ ਦੇ ਸਾਰੇ ਸਧਾਰਨ ਇੰਸਟੀਚਿਊਟ 'ਚ ਜਾਂਦੇ ਨੇ ਤਾਂ ਕਿ ਉੱਥੇ ਉਹਨਾਂ ਨੂੰ ਐਡਮਿਸ਼ਨ ਮਿਲ ਸਕੇ। ਸੋ ਸਾਊਥ ਸਾਡੇ ਨਾਲੋਂ ਜਿਹੜਾ ਉਹ ਵੱਖਰਾ ਹੈ ਔਰ ਸਾਊਥ ਵਾਲੇ ਜਿਹੜੇ ਨੇ ਉਹ ਚੰਗੀਆਂ ਯੂਨੀਵਰਸਿਟੀਆਂ 'ਚ ਚੰਗੀਆਂ ਸੰਸਥਾਵਾਂ ਦੇ ਵਿੱਚ ਆਪਣੀ ਐਡਮਿਸ਼ਨ ਲੈਂਦੇ ਕਿਉਂਕਿ ਉਹਨਾਂ ਕੋਲ ਬੈਂਡ ਚੰਗਾ ਹੁੰਦਾ, ਉਹਨਾਂ ਦੀ ਬੈਕਗਰਾਊਂਡ ਚੰਗੀ ਹੁੰਦੀ। ਠੀਕ ਹੈ। ਰਿਐਲਿਟੀ ਦੇ ਤੌਰ ਦੇ ਉੱਤੇ ਜੇ ਅਸੀਂ ਮੰਨੀਏ ਤੇ ਇਸ ਵੇਲੇ ਜਿਹੜਾ ਰੁਝਾਨ ਸਿੱਖਿਆ ਦੇ ਨਾਂ ਤਲੇ ਚੱਲਦਾ ਹੈ, 90% ਜਿਹੜਾ ਸਟੂਡੈਂਟ ਜਾ ਰਿਹਾ ਹੈ ਉਹ ਵਾਪਸ ਆਉਣ ਲਈ ਨਹੀਂ ਜਾ ਰਿਹਾ। ਅੱਛਾ। ਔਰ ਉਹ ਉੱਥੇ ਪੜ੍ਹਨ ਲਈ ਵੀ ਨਹੀਂ ਜਾ ਰਿਹਾ, ਉੱਥੇ ਪੈਸੇ ਕਮਾ ਕੇ ਆਪਣਾ ਕਰਕੇ ਤੇ ਸੈਟਲਮੈਂਟ ਦਾ ਰਸਤਾ ਕਰਦਾ ਹੈ। ਔਰ ਜੇ ਅਸੀਂ ਕਹੀਏ ਕਿ 50% ਉੱਥੇ ਆਪਣੀਆਂ ਡਿਗਰੀਜ਼ ਕੰਪਲੀਟ ਨਹੀਂ ਕਰਦੇ ਤਾਂ ਹੁਣ ਤਾਂ ਟ੍ਰੈਂਡ ਦੂਜਾ ਵੀ ਸ਼ੁਰੂ ਹੋ ਗਿਆ ਕਿ ਡਿਗਰੀ ਲਈ ਵੀ ਨਾ ਜਾਓ, 2 ਸਾਲ ਦੇ ਡਿਪਲੋਮੇ ਲਈ ਜਾਓ, 2 ਸਾਲ ਤੋਂ ਬਾਅਦ ਫਿਰ ਜਿਹੜਾ PR ਵਾਲੇ ਪਾਸੇ ਜਿਹੜਾ ਚੱਲ ਪਵੋ। ਸੋ ਸਿੱਖਿਆ ਜਿਹੜਾ ਇੱਕ ਮੈਂ ਥੋੜਾ ਜਿਹਾ ਮਖੌਟਾ, ਸਿੱਖਿਆ ਇੱਕ ਮਖੌਟਾ ਬਣ ਗਿਆ। ਦਰਅਸਲ ਸਿੱਖਿਆ ਹੈ ਨਹੀਂ, ਇੱਕ ਜ਼ਮਾਨਾ ਸੀ ਜਿਸ ਵੇਲੇ ਜਿਵੇਂ ਪ੍ਰਤਾਪ ਸਿੰਘ ਕੈਰੋਂ ਵਰਗੇ ਵੀ ਇਹ ਸਾਰੇ ਉੱਥੇ ਪੜ੍ਹਨ ਗਏ ਸਨ, ਗੁਰਬਖਸ਼ ਸਿੰਘ ਪ੍ਰੀਤਲੜੀ ਸੀ, ਇਹ ਗਏ ਸਨ ਔਰ ਉਸ ਤੋਂ ਬਾਅਦ ਇੱਥੇ ਆ ਕੇ ਉਹਨਾਂ ਨੇ ਭਾਰਤ ਵਿੱਚ ਨੌਕਰੀਆਂ ਕੀਤੀਆਂ ਹੋ ਰਿਹਾ। ਹੁਣ ਜਿਹੜਾ ਵੀ ਜਾਂਦਾ ਉਹ ਵਾਪਸ ਆਉਣ ਲਈ ਨਹੀਂ ਜਾਂਦਾ ਔਰ ਵਾਪਸ ਆਉਣ ਲਈ ਨਹੀਂ ਜਾਣ ਦੇ ਵੀ ਫਿਰ ਕਈ ਕਾਰਨ ਜਿਹੜੇ ਨੇ ਉਹ ਬਣਦੇ ਨੇ। ਤੁਸੀਂ ਜਿੱਦਾਂ ਬੜੀ ਖੂਬਸੂਰਤ ਗੱਲ ਕੀਤੀ ਕਿ ਪੜ੍ਹਨ ਦੇ ਲਈ ਜਾਣਾ, H1B ਵੀਜ਼ਾ ਲੈ ਕੇ ਜਾਣਾ ਜਾਂ ਨੌਕਰੀਆਂ ਹਾਸਿਲ ਕਰਨ ਦੇ ਲਈ ਜਾਣਾ, ਉਹਦੇ ਨਾਲ ਇਹਦੋਂ ਪਹਿਲੇ ਇੱਕ ਵਿਚਕਾਰ ਇੱਕ ਫੇਜ਼ ਇਹੋ ਜਿਹਾ ਵੀ ਆਉਂਦਾ ਹੈ ਜਿਹਦੇ ਬਾਰੇ ਸਾਡੇ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਡੋਂਕੀ ਲਾ ਕੇ ਜਾਣਾ। ਦੇਖੋ, ਉਹ ਡੋਂਕੀ ਵਾਲਾ ਜਿਹੜਾ ਯੂਰਪ ਵਾਲੇ ਪਾਸੇ ਤੇ ਨਹੀਂ ਹੈ, ਇਹ ਉਦੋਂ ਚੱਲਿਆ ਜਿਸ ਵੇਲੇ ਪ੍ਰਵਾਸ ਦਾ ਹਿੱਸਾ ਸੀ। ਪ੍ਰਵਾਸ ਦਾ ਹਿੱਸਾ ਸੀ ਜਦੋਂ ਜਿਹੜੀਆਂ ਨੇ ਕੰਡੀਸ਼ਨ ਜਿਹੜੀਆਂ ਨੇ ਸਟ੍ਰਿਕਟ ਹੁੰਦੀਆਂ ਗਈਆਂ ਜੀ, ਉਦੋਂ ਫਿਰ ਜਿਹੜੀ ਹੈ ਉਹ ਏਜੰਟਸ ਨੇ ਜਿਹੜੇ ਨੇ ਰੂਟ ਬਣਾਏ ਤੇ ਉਹ ਰੂਟ ਸਨ ਜਿਹੜੇ ਇਨਡਾਇਰੈਕਟ ਰੂਟ ਜਿਹੜੇ ਨੇ ਬੰਦੇ ਸਨ ਔਰ ਇਲੀਗਲ ਐਂਟਰੀ ਵਾਲੀ ਜਿਹੜੀ ਸੀ ਕਿ ਵੀਜ਼ੇ ਤੋਂ ਬਗੈਰ ਕਿਵੇਂ ਇਲੀਗਲ ਐਂਟਰੀ ਜਿਹੜੀ ਆ ਕਰਨੀ ਹੈ, ਉਹਦੇ ਲਈ ਇੱਕ ਪਾਸੇ ਜਿਹੜੇ ਨੇ ਟਰੈਵਲ ਏਜੰਟ ਜਿਹੜੇ ਨੇ ਐਕਸਪਲੋਇਟ ਵੀ ਕਰਦੇ ਸਨ, ਦੂਜੇ ਪਾਸੇ ਬਹੁਤ ਲੋਕ ਜਿਹੜੇ ਸਨ ਉਹ ਪਹੁੰਚਦੇ ਵੀ ਸਨ ਲੇਕਿਨ ਜੰਗਲਾਂ ਵਿੱਚੋਂ, ਸਮੁੰਦਰ ਵਿੱਚੋਂ ਬੜੇ ਔਖੇ ਔਰ ਪਹਾੜਾਂ ਦੇ ਵਿੱਚੋਂ ਗਰਮੀ ਸਰਦੀ ਔਰ ਉਹਦੇ 'ਚ ਬਹੁਤ ਅਜੇ ਵੀ ਰਸਤੇ 'ਚ ਕਿੰਨੇ ਕੁ ਜਿਉਂਦੇ ਜਾਂਦੇ ਨੇ, ਕਿੰਨੇ ਕੁ ਮਰ ਜਾਂਦੇ ਨੇ, ਕਿੰਨੇ ਕੁ ਏਜੰਟ ਮਾਰ ਦਿੰਦੇ ਨੇ। ਉਹ ਬੜਾ ਦਰਦਨਾਕ ਸੀਨ ਹੈ ਔਰ ਉਹਦੇ ਤੋਂ ਤਾਂ ਜੇ ਸਾਡਾ ਯੂਥ ਬਚ ਕੇ ਰਵੇ ਤਾਂ ਬੜੀ ਚੰਗੀ ਗੱਲ ਜਿਹੜੀ ਆ ਉਹ ਬਣਦੀ ਹੈ। ਬੜੀ ਹੈਰਾਨੀ ਦੀਆਂ ਗੱਲਾਂ ਹੁੰਦੀਆਂ ਨੇ। ਆ 2-4 ਪਿਛਲੇ ਦਿਨਾਂ ਦੀਆਂ ਇਹ ਗੱਲਾਂ ਨੇ। ਪਾਕਿਸਤਾਨ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੋਂ ਜਿਹੜੇ ਨੌਜਵਾਨ ਗਏ ਸੀ ਉਹਨਾਂ ਦੀ ਉਹ ਬੇੜੀ ਪਲਟ ਗਈ ਤੇ ਉਹ ਡੁੱਬ ਗਏ ਸਾਰੇ। ਆ ਹੁਣ ਪਿੱਛੇ ਜੀ ਗੱਲ ਹੈ ਨਹੀਂ, ਇਹ ਆਮ ਮਨੀਲਾ ਦਾ ਬੜਾ ਮਸ਼ਹੂਰ ਹੈ। ਇਹਦੇ ਨਾਲ ਹੀ ਹੁਣ ਦੂਜੀ ਜਿਹੜੀ ਗੱਲ ਹੈ, ਆ ਕੱਲ ਪਰਸੋਂ ਦੀ ਅਖਬਾਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਵੀ ਕੈਨੇਡਾ ਦੇ ਵਿੱਚ ਉਹ ਜਿਹੜਾ ਏਜੰਟ ਜਿਹਨੇ ਇੱਥੋਂ ਬੱਚੇ ਭੇਜੇ ਸੀ ਉਹਨੂੰ ਫੜ ਲਿਆ ਗਿਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਕਿੱਡਾ ਜ਼ਬਰਦਸਤ ਰੁਝਾਨ ਹੈ ਸਾਡਾ। ਇਹ ਖਿੱਚ ਕਿਸ ਚੀਜ਼ ਦੀ ਹੈ? ਪੈਸੇ ਦੀ ਖਿੱਚ ਹੈ ਜਾਂ ਕੋਈ ਨੌਕਰੀ ਦੀ ਖਿੱਚ ਹੈ? ਜਾਂ ਦੇਖੋ, ਇੱਕ ਗੱਲ ਬਣ ਕੇ ਚੱਲੀ ਅਸੀਂ ਕਿ ਹੁਣ ਭਾਰਤ ਵਿੱਚ ਔਰ ਵਿਸ਼ੇਸ਼ ਤੌਰ 'ਤੇ ਅਸੀਂ ਜੇ ਪੰਜਾਬ ਜਾਂ ਉੱਤਰੀ ਭਾਰਤ ਵਿੱਚ ਦੇਖੀਏ ਜੀ ਤੇ ਇੱਥੇ ਰੁਜ਼ਗਾਰ ਦੇ ਵਸੀਲੇ ਤੇ ਰੁਜ਼ਗਾਰ ਦੇ ਨਾਲ ਹੀ ਜਿਹੜਾ ਹੈ ਮਾਣ ਸਨਮਾਨ ਜਿਹੜਾ ਹੈ ਉਹ ਤੇ ਤੀਜਾ ਜਿਹੜਾ ਐਨਵਾਇਰਨਮੈਂਟ, ਇਹ ਤਿੰਨੇ ਜਿਹੜੇ ਨੇ ਉਹ ਰਹਿਣ ਯੋਗ ਨਹੀਂ ਰਹੇ। ਰੁਜ਼ਗਾਰ ਦੇ ਵਸੀਲੇ ਨਹੀਂ ਹੈ, ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਤਿਆਰ ਵੀ ਕਰਨੇ ਆ ਉਹ ਕਿਸੇ ਆਉਣ ਵਾਲੇ ਸਮੇਂ ਦੀ ਟੈਕਨੋਲੋਜੀ ਨਾਲ ਜਾਂ ਲੋੜਾਂ ਦੇ ਨਾਲ ਜੋੜ ਕੇ ਨਹੀਂ ਕਰਦੇ, ਆਪਣੀ ਪੇਟ ਚਾਰਜ ਕਰਨਾ ਕਿ ਜੇ ਇੰਜੀਨੀਅਰਿੰਗ ਕਾਲਜਾਂ ਦਾ ਟ੍ਰੈਂਡ ਬਣਿਆ ਤਾਂ ਇੰਜੀਨੀਅਰ ਬਣਾਈ ਜਾਓ, ਜੇ ਡਾਕਟਰਾਂ ਦਾ ਟ੍ਰੈਂਡ ਬਣਾਇਆ ਤਾਂ ਡਾਕਟਰ ਹੀ ਬਣਾਈ ਜਾਓ, ਜੇਕਰ
ਸਿਵਲ ਇੰਜੀਨੀਅਰਿੰਗ ਦਾ ਜ਼ੋਰ ਹੈ ਤੇ ਸਿਵਲ ਇੰਜੀਨੀਅਰ ਬਣਾਈ ਜਾਓ, ਜੇ ਕੰਪਿਊਟਰ ਦਾ ਕੰਪਿਊਟਰ, ਲੇਕਿਨ ਉਹਨਾਂ ਦੀ ਆਪਣੀ ਡਿਵੈਲਪਮੈਂਟ ਜਿਹੜੀ ਹੈ ਉਹ ਨਾ ਆਉਣ ਵਾਲੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨਾਲ ਜੁੜਦੀ ਨਹੀਂ, ਜਿਸ ਕਰਕੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਪਰ ਫਿਰ ਸਰਕਾਰ ਨੇ ਕਿੱਤਾ ਮੁਖੀ ਰੁਜ਼ਗਾਰ ਦੇ ਨਾਲ ਜੁੜੇ ਹੋਏ ਕੋਰਸ ਵੀ ਸ਼ੁਰੂ ਕੀਤੇ, ਸਕਿੱਲ ਇੰਡੀਆ ਵੀ ਸਾਡੇ ਕੋਲ ਚੱਲਦਾ ਪਿਆ। ਤੁਹਾਨੂੰ ਲੱਗਦਾ ਨਹੀਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਕਾਗਜ਼ਾਂ 'ਚ ਨੇ? ਅੱਛਾ, ਤੁਹਾਨੂੰ ਇੱਦਾਂ ਲੱਗਦਾ? ਦੋ ਗੱਲਾਂ ਨੇ, ਇੱਕ ਤੇ ਕਾਗਜ਼ਾਂ 'ਚ ਨੇ, ਬਹੁਤ ਘੱਟ ਸਕਿੱਲ ਜਿਹੜੀ ਹੈ ਡਿਵੈਲਪਮੈਂਟ ਉਹਦੇ 'ਚ ਹੁੰਦੀ ਸੀ। ਦੂਜਾ ਨਾਲ ਇਹ ਹੈ ਕਿ ਜਿਹੜਾ ਯੂਥ ਹੈ ਉਹ ਸਕਿੱਲ ਦੇ ਵਿੱਚ, ਸਕਿੱਲ ਤੇ ਬੇਸਿਕਲੀ ਲੋਅਰ ਕੈਟਾਗਰੀ ਦਾ ਜਿਹੜਾ ਕੋਰਸ ਹੋ ਜਾਂਦਾ। ਅੱਛਾ, ਉਹ ਤਾਂ ਮਤਲਬ ਅਸੀਂ ਇੰਜੀਨੀਅਰ ਬਣਨਾ, ਵੱਧ ਤੋਂ ਵੱਧ ਅਸੀਂ ਡਿਪਲੋਮਾ ਹੋਲਡਰ ਬਣ ਕੇ ਓਵਰਸੀਜ਼ ਬਣ ਜਾਵਾਂਗੇ, ਉਦੋਂ ਥੱਲੇ ਅਸੀਂ ਕੋਈ ਕੰਮ ਨਹੀਂ ਕਰਨਾ। ਤਾਂ ਜੇ ਤੁਸੀਂ ਕਹੋ ਕਿ ਅਸੀਂ ਜਾਂਚ ਸਿੱਖ ਕੇ ਤੇ ਅਸੀਂ ਆਪਣਾ ਬੜਾ ਚੰਗਾ ਮੈਸਨ ਬਣ ਜਾਈਏ, ਬੜਾ ਚੰਗਾ ਕਾਰਪੈਂਟਰ ਬਣ ਜਾਈਏ, ਬੜਾ ਚੰਗਾ ਜਿਹੜਾ ਉਹ ਲੋਹਾਰ ਬਣ ਜਾਈਏ, ਉਹ ਅਸੀਂ ਸਾਡੇ ਨਹੀਂ ਫਿੱਟ ਪੈਂਦਾ। ਉਹ ਜਾਤਾਂ ਨਾਲ ਵੀ ਜੁੜਿਆ ਆ ਤੇ ਵੈਸੇ ਵੀ ਉਹ ਸਾਡੀ ਜਿਹੜੀ ਹੈ ਉਹ ਡਿਗਨਿਟੀ ਨਾਲ ਨਹੀਂ ਜੁੜਦਾ। ਤੇ ਜਿਹੜੀ ਡਿਗਨਿਟੀ ਆਫ ਲੇਬਰ ਜਿਹੜੀ ਹੈ ਉਹ ਪੰਜਾਬੀਆਂ ਦੇ ਸੁਭਾਅ ਵਿੱਚ ਨਹੀਂ ਹੈਗੀ। ਉੱਥੇ ਜਾ ਕੇ ਉਹ ਜੋ ਮਰਜ਼ੀ ਕਰੀ ਜਾਂਦੇ ਨੇ, ਇੱਥੇ ਤੇ ਚੁੱਕ ਕੇ ਗਲਾਸ ਦਾ ਪਾਣੀ ਨਹੀਂ ਪੀਣ ਨੂੰ ਤਿਆਰ, ਉੱਥੇ ਨੌਕਰ ਚਾਹੀਦਾ ਤੇ ਦੂਜਾ ਚਾਹੀਦਾ। ਸੋ ਜਿਹੜੀ ਡਿਗਨਿਟੀ ਆਫ ਲੇਬਰ ਜਿਹੜੀ ਹੈ ਉਹ ਹੈ ਨਹੀਂ, ਇਸ ਕਰਕੇ ਸਕਿੱਲ ਵਾਲੀ ਜਿਹੜੀ ਗੱਲ ਹੈ ਉਹ ਨਹੀਂ ਹੁੰਦੀ। ਔਰ ਸਕਿੱਲ ਡਿਵੈਲਪਮੈਂਟ ਦੇ ਵਿੱਚ ਵੀ ਜਿੰਨੇ ਵੀ ਸਰਕਾਰੀ ਅਦਾਰਿਆਂ ਦੂਜਿਆਂ ਵਿੱਚ ਬੜਾ ਕੁਝ ਫੇਕ ਜਿਹੜਾ ਝੂਠੇ ਸਰਟੀਫਿਕੇਟ ਵੀ ਚੱਲਦੇ ਨੇ, ਦੂਜੇ ਵੀ ਚੱਲਦੇ ਨੇ, ਗ੍ਰਾਂਟਾਂ ਵੀ ਲਈ ਜਾਂਦੇ ਨੇ। ਲੇਕਿਨ ਜੈਨੂਅਨ ਤੌਰ ਦੇ ਉੱਤੇ ਜੇ ਤੁਸੀਂ ਪ੍ਰਵਾਸ ਵਿੱਚ ਵੀ ਦੇਖੋ ਤਾਂ ਜੇ ਸਟੂਡੈਂਟ ਸਾਡੇ ਇੱਥੋਂ ਕੋਈ ਨਾ ਕੋਈ ਸਕਿੱਲ ਲੈ ਕੇ ਜਾਣ ਤੇ ਉਹਨਾਂ ਨੂੰ ਬੇਰੁਜ਼ਗਾਰੀ ਦਾ ਉੱਥੇ ਵੀ ਜਿਹੜਾ ਉਹ ਮੁਕਾਬਲਾ ਨਹੀਂ ਕਰਨਾ ਪਏਗਾ। ਸਾਡੇ ਕੋਲ ਇੱਦਾਂ ਦੇ ਕਥਨ ਵੀ ਸੁਣਨ ਨੂੰ ਮਿਲਦੇ ਨੇ ਵੀ ਜਿਹਨੂੰ ਕੰਮ ਕਰਨ ਦਾ ਸਲੀਕਾ ਉਹਦਾ ਇੱਥੇ ਹੀ ਅਮਰੀਕਾ। ਨਹੀਂ, ਇਹ ਗੱਲ ਨਹੀਂ ਹੈ, ਇਹ ਨਹੀਂ ਹੈ, ਇਹ ਗੱਲ ਬਿਲਕੁਲ ਨਹੀਂ। ਮੈਂ ਉਦਾਹਰਨ ਦੇ ਤੌਰ 'ਤੇ ਆਪਣੇ ਪਰਿਵਾਰ ਦੇ ਤੌਰ 'ਤੇ ਜਦ ਦੱਸਣਾ ਜੀ ਕਿ ਮੇਰਾ ਬੇਟਾ ਜਿਹੜਾ ਉੱਥੇ ਕੈਮਬਰਿਜ ਯੂਨੀਵਰਸਿਟੀ 'ਚ ਉਹਨੇ B.Tech ਕੀਤੀ ਕੰਪਿਊਟਰ 'ਚ। ਅੱਛਾ, ਔਰ ਉਹਦੀ ਇੱਛਾ ਬਣੀ ਕਿ ਮੈਂ ਤਾਂ ਇੰਡੀਆ ਹੀ ਜਾਵਾਂ। ਠੀਕ, ਮੈਨੂੰ ਉਹਨੇ ਫੋਨ ਕੀਤਾ, ਕਹਿੰਦਾ ਜੀ ਮਤਲਬ ਮੈਂ ਮੇਰੀ ਡਿਗਰੀ ਕੰਪਲੀਟ ਹੋ ਗਈ ਹੈ ਅਤੇ ਮੈਂ ਹੁਣ ਇੰਡੀਆ ਆਉਣਾ ਚਾਹੁੰਦਾ। ਬਹੁਤ ਅੱਛੇ। ਮੈਂ ਕਿਹਾ ਬੜੀ ਚੰਗੀ ਗੱਲ ਦੱਸ। ਕਹਿੰਦਾ ਰਹਿਣਾ ਮੈਂ ਚੰਡੀਗੜ੍ਹ। ਅੱਛਾ, ਜੇ ਮੈਂ ਆਉਣਾ ਹੈ ਤਾਂ ਮੈਂ ਫਿਰ ਹੈਦਰਾਬਾਦ ਜਾਂ ਬੈਂਗਲੋਰ ਨਹੀਂ ਜਾਣਾ, ਕਿਉਂਕਿ ਮੈਂ ਰਹਿਣਾ ਇੰਡੀਆ ਹੀ ਹੈ। ਅਤੇ ਜੇ ਇੰਡੀਆ 'ਚ ਰਹਿਣਾ ਹੈ ਅਤੇ ਜੇ ਬੈਂਗਲੋਰ ਹੀ ਰਹਿਣਾ ਤਾਂ ਫਿਰ ਕੈਨੇਡਾ ਵੀ ਉਹੀ ਹੈ। ਸੋ ਮੈਂ ਚੰਡੀਗੜ੍ਹ ਰਹਾਂਗਾ। ਮੈਂ ਕਿਹਾ ਤੂੰ ਚੰਡੀਗੜ੍ਹ ਆ ਕੇ ਕਰੇਂਗਾ ਕਿ? ਇਹ ਕਹਿੰਦੇ ਤੁਸੀਂ ਦੇਖੋ। ਮੈਂ ਉਹਨੂੰ ਕਿਹਾ ਸਾਰਾ ਜ਼ੋਰ ਲਾ ਕੇ 35,000 ਤੋਂ ਵੱਧ ਨਹੀਂ ਪੈਸੇ ਮਿਲਣੇ। ਜਿਹੜਾ ਗ੍ਰੈਜੂਏਟ ਹੈ ਭਾਵੇਂ ਤੂੰ ਫੋਰਨ ਕੁਆਲੀਫਾਈਡ ਕਹਿ ਲਾ ਤੇ ਜੋ ਮਰਜ਼ੀ ਕਹਿ ਲਾ, ਅਤੇ ਜੇ ਤੂੰ ਚੰਡੀਗੜ੍ਹ ਰਹਿਣਾ ਹੈ ਤਾਂ ਚੰਡੀਗੜ੍ਹ ਮਕਾਨ ਅਤੇ ਚੰਡੀਗੜ੍ਹ ਰਹਿ ਕੇ ਹੁਣ ਤੂੰ ਕਾਰ ਦੀ ਵੀ ਆਦਤ ਹੈ ਤੇਰੀ ਅਤੇ ਰਹਿਣ ਸਹਿਣ, ਇਹ ਤੂੰ ਜ਼ਰਾ ਆਪਣੇ ਦੋਸਤਾਂ ਨੂੰ ਪੁੱਛ ਜਿਹੜੇ ਚੰਡੀਗੜ੍ਹ ਰਹਿੰਦੇ ਨੇ ਕਿ ਕਿੰਨਾ ਕੁ ਖਰਚਾ ਹੁੰਦਾ। ਸੋ ਉਹ ਖਰਚਾ ਜਿਹੜਾ ਉਹ 60,000 ਤੋਂ ਉੱਪਰ ਬੰਦਾ ਸੀ। ਸੋ ਉਸ ਕਰਕੇ ਜਿਹੜਾ ਉਹ ਮੈਨੂੰ ਕਹਿੰਦਾ ਕੋਈ ਸਿਫਾਰਿਸ਼ ਨਾਲ ਮੈਨੂੰ ਨੌਕਰੀ ਮਿਲ ਸਕਦੀ। ਮੈਂ ਕਿਹਾ ਨਹੀਂ ਮਿਲ ਸਕਦੀ ਉਹ ਜੀ। ਸੋ ਉਹ ਮਜਬੂਰੀ 'ਚ ਉੱਥੇ ਨਾ ਚਾਹੁੰਦਾ ਆ ਵੀ ਉੱਥੇ ਰਿਹਾ। ਸੋ ਇਹ ਵੀ ਜਿਹੜੀ ਨਾਲ ਗੱਲ ਹੈ ਕਿ ਜਿਹੜਾ ਬਾਹਰੋਂ ਪੜ੍ਹ ਕੇ ਆਏਗਾ, ਜਿਵੇਂ ਪਹਿਲਾਂ ਹੁੰਦੇ ਸਨ ਮਿਸ਼ੀਗਨ ਯੂਨੀਵਰਸਿਟੀ ਤੋਂ ਜਿੰਨੀ ਸਾਡੇ ਪਹਿਲੀ ਪੀੜ੍ਹੀ ਪੰਜਾਬੀਆਂ ਉਹ ਸਾਰੀਆਂ ਉੱਥੇ ਜਾਂਦੀਆਂ ਹੁੰਦੀਆਂ ਸਨ ਔਰ ਆ ਕੇ ਵਾਪਸ ਉਹ ਪੜ੍ਹਨ ਜਾਂਦੇ ਸਨ ਅਤੇ ਫਿਰ ਵਾਪਸ ਆਉਂਦੇ ਸਨ। ਸੋ ਉਹ ਇੱਕ ਅਪਰਚੁਨਿਟੀ ਜਿਹੜੀਆਂ ਸਨ ਇੱਥੇ ਉਸ ਵੇਲੇ ਅਵੇਲੇਬਲ ਸਨ। ਔਰ ਜਿਹੜੇ ਥੋੜ੍ਹੇ ਬਹੁਤੇ ਪੜ੍ਹੇ ਲੋਕ ਸਨ, ਜਿਹੜੇ ਡਿਗਰੀ ਹੋਲਡਰ ਸਨ ਜਾਂ ਦੂਜੇ ਸਨ, ਉਹਨਾਂ ਦੀ ਰਿਸਪੈਕਟ ਸੀ। ਹੁਣ ਹਰ ਕੋਈ ਡਿਗਰੀ ਚੁੱਕੀ ਫਿਰਦਾ। ਸਕਿੱਲ ਉਹਦੀ ਡਿਵੈਲਪ ਹੋਈ ਹੈ ਕਿ ਨਹੀਂ ਹੋਈ, ਉਹਦੇ ਕੋਲ ਉਹ ਜਿਹੜੀ ਹੈ ਉਹ ਗ੍ਰਿਪ ਜਿਹੜੀ ਹੈ ਆਪਣੇ ਨੌਲੇਜ ਦੀ ਜਿਹੜੀ ਉਹ ਹੈ ਕਿ ਨਹੀਂ ਹੈ। ਇਹ ਸਾਡੇ ਜਿਹੜਾ ਸਿਸਟਮ ਹੈ ਉਹ ਵੀ ਕਿਉਂਕਿ ਉਹਦੇ 'ਚ ਪੇਤਲਾਪਨ ਆ ਗਿਆ ਔਰ ਪੇਤਲਾਪਨ ਦੇ ਵਿੱਚ ਜੈਨੂਨ ਵੀ ਜਿਹੜਾ ਉਹ ਨਾਲ ਸਫ਼ਰ ਕਰ ਰਿਹਾ। ਬੜੀ ਖੂਬਸੂਰਤ ਔਰ ਬੜੀ ਗਹਿਰੀ ਗੱਲ ਤੁਸੀਂ ਕੀਤੀ ਔਰ ਵਾਕਈ ਤੁਸੀਂ ਜਿਹੜੀ ਗੱਲ ਕੀਤੀ ਔਰ ਆਪਣੇ ਜ਼ਾਤੀ ਤਜਰਬੇ ਤੋਂ ਗੱਲ ਕੀਤੀ। ਤੁਹਾਡੇ ਵਰਗਾ ਸ਼ਖਸ ਜਿਹੜਾ ਐਡੇ ਵੱਡੇ ਮੁਕਾਮ 'ਤੇ ਔਰ ਸਿੱਖਿਆ ਦੇ ਨਾਲ ਮੇਰੇ ਖਿਆਲ 4 ਦਹਾਕਿਆਂ ਤੋਂ ਵੀ ਵੱਧ ਤੋਂ ਜੁੜਿਆ ਹੋਇਆ, ਉਹ ਕਹੇ ਤਾਂ ਉਸ ਗੱਲ ਦੇ ਵਿੱਚ ਜ਼ਰੂਰ ਸਾਨੂੰ ਸੋਚਣ ਦੀ ਲੋੜ ਪੈਂਦੀ। ਹੁਣ ਅਸੀਂ ਸਿੱਖਿਆ ਪ੍ਰਣਾਲੀ ਦੀ ਹੀ ਗੱਲ ਕਰਦੇ ਹਾਂ ਕਿਉਂਕਿ ਸਾਡਾ ਵਿਸ਼ਾ ਪ੍ਰਵਾਸ ਦੇ ਨਾਲ ਜੁੜਿਆ ਔਰ ਸਿੱਖਿਆ ਪ੍ਰਣਾਲੀ ਦੇ ਨਾਲ ਵੀ ਜੁੜਿਆ। ਜਦੋਂ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਚਾਹੀਦਾ ਵੀ ਸਾਡੇ ਕੋਲ ਤਾਂ ਰਵਾਇਤੀ ਸਿੱਖਿਆ ਸੀ ਜਿਹਦੇ 'ਚ BA ਸੀ, MA ਸੀ, ਅੱਗੇ ਇਸ ਪੜ੍ਹਾਈ ਸੀ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਹੁਣ ਵੀ ਫਾਈਨ ਆਰਟਸ ਵਾਲੇ ਕੋਰਸ ਹੈ ਨਾ, ਅਤੇ ਉਹਦੇ ਵਿੱਚੋਂ ਟੈਕਨੀਕਲ ਕੋਰਸ ਵੀ ਆ ਗਏ ਸਾਡੇ ਕੋਲ। ਇਹ ਬਦਲਾਅ ਤੁਹਾਡੇ ਦੇਖਦੇ ਦੇਖਦੇ ਤੁਹਾਡੀ ਮੇਰੇ ਖਿਆਲ ਸਹਿਮਤੀ ਹੋਏਗੀ ਉਹਦੇ ਨਾਲ ਹੀ ਹੋਇਆ ਕਿਉਂਕਿ ਤੁਸੀਂ ਸਾਰੇ ਹਿੱਸੇਦਾਰ ਸੀ। ਫਿਰ ਕਿੱਥੇ ਤੁਹਾਨੂੰ ਲੱਗਦਾ ਹੈ ਵੀ ਇਹਦੀ ਲੋੜ ਕੀ ਸੀਗੀ ਅਤੇ ਕੀ ਅਸੀਂ ਲੋੜ ਦੇ ਮੁਤਾਬਿਕ ਚੇਂਜ ਕਰ ਪਾਏ
ਜਾਂ ਕਿ ਸਮਾਂ ਲੰਘ ਜਾਣ ਤੋਂ ਬਾਅਦ ਜਿਵੇਂ ਕਿ ਹੁੰਦਾ ਹੈ ਕਿ ਸਾਡੇ ਕੋਲ ਉਹ ਸਿਸਟਮ ਜਿਹੜੇ ਇੱਕ ਐਗਜ਼ਾਮਪਲ ਬੜੀ ਸਪਸ਼ਟ ਐਗਜ਼ਾਮਪਲ ਹੈ ਜੀ ਕਿ ਆਂਧਰਾ ਦੇ ਵਿੱਚ ਚੰਦਰ ਬਾਬੂ ਨਾਇਡੂ ਜਿਹੜਾ ਸੀ ਉਹ ਮੁੱਖ ਮੰਤਰੀ ਸੀ। ਆਪਾਂ ਨਾ ਹੀ ਲਈਏ ਤਾਂ ਨਹੀਂ ਚਲੋ ਮੁੱਖ ਮੰਤਰੀ ਸੀ। ਉਹਨੇ ਇੱਕ ਵਾਰੀ ਸਾਰੇ ਐਜੂਕੇਸ਼ਨਸ ਬੁਲਾਏ। ਅੱਛਾ ਜੀ। ਤੇ ਕਹਿੰਦੇ ਮਤਲਬ ਤੁਸੀਂ ਜਿੰਨਾ ਖਰਚਾ ਲੈਣਾ ਲੈ ਲਓ, ਬੋਰਡ ਦਾ ਚੱਕਰ ਲਾ ਕੇ ਮੈਨੂੰ ਉਹ ਸਿਲੇਬਸ ਇੰਜੀਨੀਅਰਿੰਗ ਦੇ ਬਣਾ ਕੇ ਦਿਓ, ਕੰਪਿਊਟਰ ਐਜੂਕੇਸ਼ਨ ਦੇ ਬਣਾ ਕੇ ਦਿਓ ਜਿਹੜੇ ਅੱਜ ਤੋਂ 5 ਸਾਲ ਜਿਨ੍ਹਾਂ ਦੇ ਬਾਅਦ ਲੋੜ ਬਣਨੀ। ਕਿਉਂਕਿ ਜਿਹੜੇ ਹੁਣ ਅੱਜ ਅਸੀਂ ਪੜ੍ਹਾਵਾਂਗੇ ਤੇ 5 ਸਾਲ ਬਾਅਦ ਉਹਨਾਂ ਨੇ ਪਾਸ ਆਊਟ ਹੋਣਾ। ਬਿਲਕੁਲ ਬਾਹਰ ਤੇ 5 ਸਾਲ ਬਾਅਦ ਜਦੋਂ ਪਾਸ ਆਊਟ ਹੋਣਾ ਉਹਨਾਂ ਤੇ ਉਸ ਵੇਲੇ ਜਿਹੜਾ ਹੈ ਉੱਥੋਂ ਦੀ ਮਾਰਕੀਟ ਦੇ ਯੋਗ ਸਾਡੀ ਐਜੂਕੇਸ਼ਨ ਹੈ ਅੱਜ ਦੀ ਲੋੜ ਨਾਲ ਕਿ ਤੁਹਾਨੂੰ ਵੀ ਪਤਾ ਇੱਥੇ ਯੂਨੀਵਰਸਿਟੀਆਂ 'ਚ ਮਕੈਨੀਕਲ ਇੰਜੀਨੀਅਰਿੰਗ ਦਾ ਟਰੈਂਡ ਬਣਿਆ ਤੇ ਯੂਨੀਵਰਸਿਟੀਆਂ ਨੇ, ਕਾਲਜਾਂ, ਪ੍ਰਾਈਵੇਟ ਕਾਲਜਾਂ ਨੇ, ਦੂਜਿਆਂ ਨੇ ਮਕੈਨੀਕਲ ਇੰਜੀਨੀਅਰਿੰਗ ਦੇ ਜਿਹੜੇ ਨੇ ਉਹ 400 500 ਬੱਚਾ ਜਿਹੜਾ ਉਹ ਟ੍ਰੇਨ ਕਰਨਾ ਸ਼ੁਰੂ ਕਰਨਾ। ਬੱਚੇ ਟ੍ਰੇਨਡ ਹੋਏ ਔਰ ਇੱਕਦਮ ਇੰਨਾ ਗਲਟ ਆ ਗਿਆ ਕਿ ਮਕੈਨੀਕਲ ਹੋ ਗਿਆ। ਇਵੇਂ ਇੱਕ ਵਾਰੀ ਸਿਵਲ ਦਾ ਆਇਆ, ਕੰਪਿਊਟਰ। ਹੁਣ ਕੰਪਿਊਟਰ ਦੇ ਵਿੱਚ ਵੀ ਜਿਹੜਾ ਤੇ ਕੰਪੀਟੈਂਟ ਹੈ ਉਹਨੂੰ ਫਿਰ ਕੰਪੀਟੈਂਟ ਜਿਹੜੀ ਹੈ ਉਹਨੂੰ ਮਿਲ ਜਾਂਦੀ ਜੋਬ ਫਿਰ ਵੀ। ਲੇਕਿਨ ਅਗਲੀ ਪ੍ਰੋਬਲਮ ਨਾਲ ਆਉਂਦੀ ਹੈ ਕਿ ਜੋਬ ਅਪਰਚੁਨਿਟੀਜ਼ ਪੰਜਾਬ ਵਿੱਚ ਕੋਈ ਨਹੀਂ। ਜਿਵੇਂ ਮੈਂ ਆਪਣੇ ਬੇਟੇ ਦੀ ਵੀ ਗੱਲ ਕਹੀ ਕਿ ਉਹ ਰਹਿਣਾ ਤਾਂ ਚਾਹੁੰਦਾ ਪੰਜਾਬ 'ਚ ਤੇ ਪਰ ਪੰਜਾਬ 'ਚ ਰਹਿੰਦਾ ਹੋਇਆ ਵੀ ਉਹ ਜਿਹੜਾ ਹੈ ਉਹ ਇੱਥੇ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਅਪਰਚੁਨਿਟੀਜ਼ ਕੋਈ ਨਹੀਂ ਸੈਲਰੀ। ਇਹਦੇ ਬਾਰੇ ਨਾ ਆਪਾਂ ਕੁਝ ਹੋਰ ਗੱਲਾਂ ਵੀ ਕਰਾਂਗੇ ਕਿਉਂਕਿ ਹੁਣ ਜਿਹੜਾ ਉਹ ਸਮਾਂ ਤੇ ਸਥਿਤੀਆਂ ਬਦਲਦੀਆਂ ਪਈਆਂ ਨੇ। ਵਰਕ ਫਰੋਮ ਹੋਮ ਦਾ ਕਲਚਰ ਸਾਡੇ ਕੋਲ ਆ ਗਿਆ। ਉਹ ਕਹਿੰਦੇ ਨੇ ਕਿ IT ਦਾ ਇੱਦਾਂ ਦਾ ਕੁਝ ਆ ਗਿਆ ਵੀ ਤੁਸੀਂ ਘਰ ਬੈਠੇ ਹੀ ਪੂਰੀ ਦੁਨੀਆ ਦੇ ਨਾਲ ਜੁੜ ਕੇ ਕੰਮ ਕਰ ਸਕਦੇ ਹੋ। ਬਹਰਹਾਲ ਇਸ ਵੇਲੇ ਤੁਸੀਂ ਸਾਡੇ ਕੋਲ ਆਏ ਹੋ। ਸਾਡੇ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ ਤੇ ਗੱਲਾਂ ਕਾਫੀ ਹੋ ਗਈਆਂ ਜੇ ਗੀਤ ਹੋ ਜਾਵੇ ਇੱਕ। ਠੀਕ ਹੈ ਜੀ, ਆਓ ਜੀ ਗੀਤ ਦੇਖਦੇ ਹਾਂ। ਗੀਤ ਤੋਂ ਬਾਅਦ ਅਸੀਂ ਫਿਰ ਪਰਤਾਂਗੇ, ਡਾਕਟਰ SP ਸਿੰਘ ਨਾਲ ਗੱਲਬਾਤ ਕਰਾਂਗੇ। लंग आजा पतन जना दा यार, लंग आजा पतन जना दा, लंग आजा पतन जना दा यार, लंग आजा पतन जना दा, फिर सदका में जवा तेरे नाम दा यार, लंग आजा पतन जनाना। मेरे कागज बने रहते बोले मेरा तकड़ी दा जुड़ा टोले यार, मैं मंदड़ा बोल न भूलिया, मैं मंदड़ा बोल न बोले यार, लंग आजा पतन जनाना, लंग आजा पतन जनाना यार, लंग आजा पतन जनाना। मैं चढ़ कोठे ते खलिया, चढ़ कोठे ते खलिया, मेरिया सड़न पैरां दियां तलियां यार, खुली हवा ते जुल्फां हलियां, खुली हवा ते जुल्फां हलियां यार, लंग आजा पतन जनाना। सानू रमजान नाल बुलावदा यार, लंग आजा पतन जनाना, लंग आजा पतन जनाना यार,
पतन चनादा सिर सत कम जावा तेरे नाल यार लंघे आजा पतन चनादा। ਲੰਘ ਆ ਜਾ ਪਤਨ ਚਨਾ ਦਾ ਸੁਰਿੰਦਰ ਕੌਰ ਜੀ ਦੀ ਖੂਬਸੂਰਤ ਮਿੱਠੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਿਆ ਔਰ ਜਦੋਂ ਲੰਘ ਆ ਜਾ ਪਤਨ ਚਨਾ ਦਾ ਤੇ ਪ੍ਰਵਾਸ ਕਿਤੇ ਨਾ ਕਿਤੇ ਉਹਦੇ ਨਾਲ ਵੀ ਜੁੜਿਆ ਹੋਇਆ। ਬਿਲਕੁਲ। ਬਹਰਹਾਲ ਡਾਕਟਰ ਐਸਪੀ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਸੁਰਿੰਦਰ ਕੌਰ ਹੋਣਾ ਦਾ ਗੀਤ ਤੁਸੀਂ ਸੁਣਿਆ ਔਰ ਮੇਰੇ ਖਿਆਲ 'ਚ ਤੁਹਾਡੀ ਹੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਡਿਗਰੀ ਵੀ ਦਿੱਤੀ ਗਈ। ਦੇਖੋ, ਸੁਰਿੰਦਰ ਕੌਰ ਪੰਜਾਬੀ ਗਾਇਕੀ ਦੇ ਵਿੱਚ ਹਾਂ, ਕੋਈ ਮੁਕਾਬਲਾ ਜਿਹੜਾ ਨਾ ਬਿਲਕੁਲ। ਪਹਿਲਾਂ ਸੀ ਨਾ ਬਾਅਦ ਸੀ, ਜੀ ਨਾ ਭਾਰਤ 'ਚ ਨਾ ਪਾਕਿਸਤਾਨ ਸੀ। ਇਹ ਆਪਣੇ ਆਪ ਵਿੱਚ ਸਾਫ ਸੁਥਰਾ, ਭਾਵਪੂਰਤ ਔਰ ਵਧੀਆ ਗਾਣ ਵਾਲੀ ਜਿਹੜੀ ਇੱਕ ਮਿਸਾਲ ਸੀ। ਔਰ ਉਸੇ ਕਰਕੇ ਕਿ ਜਿਸ ਵੇਲੇ ਜੇਕਰ ਆਨਰੇਰੀ ਡਿਗਰੀ ਕਿਸੇ ਨੂੰ ਦਿੱਤੀ ਜਾਣੀ ਚਾਹੀਦੀ ਹੈ ਤੇ ਉਹ ਉਹਦੀ ਸ਼ਖਸੀਅਤ ਹੋ ਸਕਦੀ ਹੈ। ਔਰ ਮੇਰੇ ਵਿਚਾਰ 'ਚ ਇਹ ਸੀ ਕਿ ਜਿਹੜੇ ਅਸੀਂ ਆਨਰੇਰੀ ਡਿਗਰੀ ਜਿਹੜੀ ਹੈ ਉਹ ਕਿਸੇ ਰਿਸਰਚਰ ਨੂੰ ਵੀ ਦਿੰਦੇ ਹਾਂ, ਕਿਸੇ ਸੋਸ਼ਲ ਵਰਕਰ ਨੂੰ ਵੀ ਦਿੰਦੇ ਹਾਂ, ਤੇ ਜਿਹੜੇ ਆਪਣੇ ਲੀਜੈਂਡਰੀ ਜਿਹੜੇ ਹੈ ਨੇ ਉਹਨਾਂ ਨੂੰ ਵੀ ਦਿੱਤੀ ਜਾਏ। ਤੇ ਮੈਨੂੰ ਯਾਦ ਹੈ ਜਦੋਂ ਇਹਨਾਂ ਨੂੰ ਫੋਨ ਕੀਤਾ ਸੀ ਤੇ ਬਹੁਤਾ ਜ਼ਿਆਦਾ ਜਿਹੜਾ ਉਹਨਾਂ ਨੂੰ ਅਹਿਸਾਸ ਨਹੀਂ ਵੀ ਸੀ, ਤੇ ਉਹ ਕਹਿੰਦੇ ਸੀ ਮੈਨੂੰ ਆਉਣ ਜਾਣ ਦਾ ਕਿਰਾਇਆ ਦਿਓਗੇ। ਮਤਲਬ ਇੱਥੋਂ ਤੱਕ ਹੀ ਜਿਹੜੀ ਸੀ ਉਹ ਲੋੜ ਸੀ। ਪਰ ਕਿਉਂਕਿ ਇਹਨਾਂ ਦੇ ਜਿਹੜੇ ਪਤੀ ਜਿਹੜੇ ਸਨ ਉਹਨਾਂ ਨੇ PhD ਜਿਹੜੀ ਹੈ ਉਹ ਪ੍ਰੋਫੈਸਰ ਹੁੰਦੇ ਸਨ ਗੁਰੂ ਤੇਗ ਬਹਾਦਰ ਕਾਲਜ ਦਿੱਲੀ। ਉਹਨਾਂ ਨੇ PhD ਸ਼ੁਰੂ ਕੀਤੀ ਸੀ ਪਰ ਉਹਨਾਂ ਦੀ ਡੈਥ ਹੋ ਗਈ ਸੀ, ਉਹ ਕੰਪਲੀਟ ਨਹੀਂ ਸੀ ਕਰ ਸਕਿਆ। ਜਦੋਂ ਇਹਨਾਂ ਦੀ ਧੀ ਡੋਲੀ ਗੁਲੇਰੀਆ ਨੇ ਗੱਲ ਸਮਝਾਈ ਤੇ ਫਿਰ ਬੜੇ ਸ਼ੌਂਕ ਨਾਲ ਆਏ ਔਰ ਇਹਨਾਂ ਨੇ ਯੂਨੀਵਰਸਿਟੀ 'ਚ ਜਦੋਂ ਡਿਗਰੀ ਮਿਲੀ ਤੇ ਸ਼ਾਮ ਨੂੰ ਮਤਲਬ ਉੱਥੇ ਬਕਾਇਦਾ ਜਿਹੜਾ ਇਹਨਾਂ ਨੇ ਆ ਕੇ ਗਾਇਕੀ 'ਚ ਜਿਹਦੇ 'ਚ ਡੋਲੀ ਗੁਲੇਰੀਆ ਵੀ, ਸੁਰਿੰਦਰ ਕੌਰ ਵੀ ਔਰ ਇਹਨਾਂ ਦੀ ਅੱਗੋਂ ਧੀ ਵੀ, ਇਹਨਾਂ ਦੀ ਸਮਝੋ ਦੋਤਰੀ, ਇਹਨਾਂ ਨੇ ਫਿਰ ਉੱਥੇ ਜਿਹੜਾ ਸੀ ਪੂਰਾ ਰੰਗ ਬੰਨਿਆ ਸੀ। ਤੇ ਉਹ ਆਪਣੇ ਆਪ 'ਚ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਸਾਂਝੀਆਂ। ਮੇਰੇ ਖਿਆਲ 'ਚ ਦਰਸ਼ਕਾਂ ਨੂੰ ਆਪਾਂ ਜਾਣਕਾਰੀ ਦੇ ਸਕਦੇ ਹਾਂ ਵੀ ਦੂਰਦਰਸ਼ਨ ਦੇ ਵੱਲੋਂ ਜਿਹੜੀ ਡਾਕੂਮੈਂਟਰੀ ਬਣੀ ਸੀਗੀ ਇਹਨਾਂ ਦੇ ਉੱਤੇ, ਸੁਰਿੰਦਰ ਕੌਰ ਹੋਣਾ ਦੇ ਉੱਤੇ, ਉਹਦਾ ਵੀ ਸੰਪਾਦਨ ਕਾਫੀ ਹੱਦ ਤੱਕ ਤੁਹਾਡੇ ਹੱਥ ਹੀ ਸੀਗਾ, ਤੁਸੀਂ ਉਹਦੇ ਵਿੱਚ ਸੇਧ ਦਿੱਤੀ ਸੀ ਔਰ ਉਹਨੂੰ ਬਾਅਦ ਦੇ ਵਿੱਚ ਨੈਸ਼ਨਲ ਅਵਾਰਡ ਵੀ ਮਿਲਿਆ ਸੀ। ਹਾਂ, ਨਹੀਂ ਬਹੁਤ ਵਧੀਆ ਜਿਹੜਾ ਨਹੀਂ, ਵੇਖੋ ਸੁਰਿੰਦਰ ਕੌਰ ਨੂੰ ਤੁਸੀਂ ਪੰਜਾਬੀ ਗਾਇਕੀ ਦੇ ਵਿੱਚੋਂ ਮੰਨਫੀ ਕਰਕੇ ਦੇਖ ਹੀ ਨਹੀਂ ਸਕਦੇ। ਬਹਰਹਾਲ ਆਪਾਂ ਵਾਪਸ ਪਰਤੀਏ ਪ੍ਰਵਾਸ ਵਾਲੇ ਪਾਸੇ। ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਸਾਡਾ ਪ੍ਰਵਾਸੀ ਨੌਜਵਾਨ ਇਸ ਵੇਲੇ ਜਿਹੜਾ ਸਿੱਖਿਆ ਹਾਸਿਲ ਕਰਨ ਗਿਆ ਸੀ, ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਆਣਾ ਚਾਹੁੰਦਾ ਹੈ ਪਰ ਕਹਿੰਦਾ ਵੀ ਮੇਰੇ ਕੋਲ ਸ਼ਾਇਦ ਰਿਸੋਰਸਿਸ ਪੂਰੇ ਨਹੀਂ ਹੁੰਦੇ। ਉਹ ਇਹ ਵੀ ਗੱਲ ਮੈਂ ਜਿਹੜੀ ਆ ਅੱਜ ਤੋਂ 15 ਸਾਲ ਪੁਰਾਣੀ ਕਰ ਰਿਹਾ। ਪਰ ਹੁਣ ਸਾਡੇ ਕੋਲ ਹੁਣ ਜਾਂਦਾ ਹੀ ਜਿਹੜਾ ਨਾ ਉਹ ਮਿੱਥ ਕੇ ਜਾਂਦਾ ਕਿ ਵਾਪਸ ਨਹੀਂ ਆਉਣਾ। ਤੇ ਜੇ ਅਸੀਂ ਇਹ ਕਹੀਏ ਕਿ 90% ਮਿੱਥ ਕੇ ਜਾਂਦਾ ਕਿ ਵਾਪਸ ਨਹੀਂ ਆਉਣਾ, 10% ਮਜਬੂਰੀ 'ਚ ਉੱਥੇ ਰਹਿ ਜਾਂਦਾ ਹੈ, ਸਭ 10% ਹੈ ਜਿਹੜਾ ਵਾਪਸ ਆਉਣ ਨੂੰ ਤਿਆਰ ਹੁੰਦਾ। ਹਾਂ ਹਾਂ, ਮਤਲਬ ਕੋਈ ਇੱਕ ਐਗਜ਼ਾਮਪਲ ਅਸੀਂ ਕਹਿ ਸਕਦੇ ਹਾਂ, ਬੜੀ ਵੱਖਰੀ ਜਿਹੀ ਐਗਜ਼ਾਮਪਲ ਹੈ। ਅੱਜ ਦਾ ਜਿਹੜਾ ਯੁੱਗ ਹੈ ਜਿਹਨੂੰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਯੁੱਗ ਕਹਿ ਦਿੰਦੇ ਹਾਂ ਔਰ ਪਤਾ ਨਹੀਂ ਕੀ ਕੁਝ ਡਿਵੈਲਪ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ 'ਚ ਘਰ ਬੈਠੇ ਹੀ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਉਹ 40-40, 50-50 ਹਜ਼ਾਰ ਸ਼ਾਇਦ ਉਸ ਤੋਂ ਵੀ ਜ਼ਿਆਦਾ ਕਮਾ ਰਹੇ ਨੇ। ਅੱਜ ਉਹ ਸਥਿਤੀਆਂ ਥੋੜ੍ਹੀਆਂ ਜਿਹੀਆਂ ਬਦਲ ਨਹੀਂ ਗਈਆਂ? ਤੁਹਾਨੂੰ ਲੱਗਦਾ ਨਹੀਂ ਕਿ ਅੱਜ ਬਾਹਰ ਜਾਣ ਦੀ ਲੋੜ, ਹਾਲਾਂਕਿ ਕੋਰਸ ਇਹੋ ਜਿਹੇ ਆ ਗਏ ਨੇ ਜਿਹੜੇ ਕਹਿੰਦੇ ਨੇ ਕਿ 1 ਸਾਲ ਇੱਥੇ ਕਰੋ, 2 ਸਾਲ ਬਾਹਰ ਪੜ੍ਹੋ। ਦੇਖੋ, ਬੜੀ ਕਲੀਅਰ ਜੀ ਗੱਲ ਹੈ। ਮੈਂ ਪਹਿਲਾਂ ਤੁਹਾਡੇ ਸਾਹਮਣੇ ਆਪਣੇ ਬੇਟੇ ਦੀ ਐਗਜ਼ਾਮਪਲ ਦਿੱਤੀ ਹੈ, ਹੁਣ ਮੈਂ ਤੁਹਾਨੂੰ ਬੇਟੀ ਦੀ ਵੀ ਐਗਜ਼ਾਮਪਲ, ਮਤਲਬ ਮੈਂ ਉਹਨਾਂ ਲੋਕਾਂ 'ਚੋਂ ਹਾਂ ਜਿਨ੍ਹਾਂ ਦੇ ਦੋਨੋਂ ਬੱਚੇ ਬਾਹਰ ਰਹਿੰਦੇ ਨੇ। ਬੇਟੀ ਜਿਹੜੀ ਹੈ ਮਤਲਬ ਜਿਹੜਾ ਸਾਡਾ ਜਵਾਈ ਜਿਹੜਾ ਸੀ ਬੜੀ ਵਧੀਆ ਨੌਕਰੀ 'ਚ ਡਿਲਾਇਟ ਵਰਗੀ ਕੰਪਨੀ ਦੇ ਵਿੱਚ ਸੀਨੀਅਰ ਪੋਜੀਸ਼ਨ 'ਚ ਕੰਮ ਕਰਦਾ ਸੀ। ਜਦੋਂ ਕੈਨੇਡਾ ਉਹਨੂੰ ਚੱਕਰ ਲਾਉਣ ਦਾ ਮੌਕਾ ਮਿਲਿਆ, ਬੇਟੇ ਦੀ ਸ਼ਾਦੀ 'ਤੇ ਗਿਆ, ਤਾਂ ਉਹਨੂੰ ਲੱਗਾ ਕਿ ਪੈਸਾ ਤਾਂ ਇੱਥੇ ਵੀ ਅਸੀਂ ਕਮਾਈ ਜਾਂਦੇ ਹਾਂ ਤੇ ਉੱਥੇ ਵੀ ਆ, ਪਰ ਇੱਥੇ ਤਾਂ ਜਿਹੜੀ ਆ ਕੁਆਲਿਟੀ ਆਫ ਲਾਈਫ ਬੜੀ ਵਧੀਆ। ਅੱਛਾ। ਉਹਨਾਂ ਦਾ ਬੱਚਾ ਜਿਹੜਾ ਸੀ, ਮਤਲਬ ਮੇਰਾ ਦੋਤਰਾ ਜਿਹੜਾ ਸੀ, ਉਹਨੂੰ ਸਾਹ ਦਾ ਜਿਹੜਾ ਸੀ, ਦਿੱਲੀ ਰਹਿੰਦੇ ਸੀ ਤੇ ਪੋਲਿਊਸ਼ਨ ਕਰਕੇ ਸਾਹ ਦੀ ਪ੍ਰੋਬਲਮ ਸੀ। ਦਿਨ ਰਾਤ ਜਿਹੜਾ ਸੀ ਇਹ ਫਿਕਰ ਸੀ ਕਿ ਇਹਨੂੰ ਜਿਹੜੀ ਕਿਹੜੀ ਬਿਮਾਰੀ ਲੱਗੇਗੀ। ਉਸ ਕਰਕੇ ਡਾਕਟਰ ਨੇ ਸੁਜੈਸਟ ਕੀਤਾ ਕਿ ਤੁਸੀਂ ਬੈਟਰ ਹੈ ਕਿ ਸ਼ਿਫਟ ਕਰ ਜਾਓ। ਸੋ ਉਹ ਜਿਵੇਂ ਕਹਿੰਦੇ ਕਿ ਮਜਬੂਰੀ 'ਚ ਇੱਥੋਂ ਦੇ ਐਨਵਾਇਰਨਮੈਂਟ ਦੀ ਮਜਬੂਰੀ ਦੇ ਵਿੱਚ ਉਹ ਕੈਨੇਡਾ ਸ਼ਿਫਟ ਕਰਕੇ ਉਸ ਤੋਂ ਬਾਅਦ ਉਹਨੂੰ ਕੋਈ ਮੈਡੀਸਨ ਹੀ ਨਹੀਂ ਲੈਣੀ ਪਈ। ਸੋ ਐਨਵਾਇਰਨਮੈਂਟ ਇੱਕ ਪਾਸੇ ਹੈ, ਕਰਪਸ਼ਨ ਦੂਜੇ ਪਾਸੇ ਹੈ, ਕੁਆਲਿਟੀ ਆਫ ਲਾਈਫ ਤੀਜੇ ਪਾਸੇ ਆ ਕਿ ਅਸੀਂ ਇੱਥੇ ਹਾਈਜੀਨ ਲਈ ਬਿਲਕੁਲ ਕੋਈ ਨਹੀਂ ਰੱਖਦੇ। ਸਫਾਈ ਜਿਹਨੂੰ ਅਸੀਂ ਬੜੀ ਸਫਾਈ ਕਹਿੰਦੇ ਹਾਂ ਉਹ ਵੀ ਦਰਅਸਲ ਸਫਾਈ ਨਹੀਂ ਹੁੰਦੀ। ਪੀਣ ਵਾਲੇ ਪਾਣੀ ਦੀ ਪ੍ਰੋਵੀਜ਼ਨ ਕੋਈ ਨਹੀਂ। ਅਸੀਂ ਜਿਹੜੀਆਂ ਨੈਚੁਰਲ ਰਿਸੋਰਸਿਸ ਜਿਹੜੇ ਨੇ ਉਹਨਾਂ ਨੂੰ ਪੋਲਿਊਟ ਕਰ ਚੁੱਕੇ ਹਾਂ। ਇੱਕ ਇਹ ਵੀ ਆਸਪੈਕਟ ਜਿਹੜਾ ਨਾਲ ਬਣਦਾ, ਜਿਹੜਾ ਵੀ ਬੱਚਾ। ਪਰ ਡਾਕਟਰ ਸਾਹਿਬ, ਜਦੋਂ ਅਸੀਂ ਕਹਿੰਦੇ ਨਾ ਵੀ ਅਸੀਂ 1 ਉਂਗਲੀ ਕਰਦੇ ਹਾਂ ਤਾਂ 3 ਉਂਗਲੀਆਂ ਸਾਡੇ ਵੱਲ ਵੀ ਹੁੰਦੀਆਂ ਨੇ।
ਤੁਸੀਂ ਸਿੱਖਿਆ ਦੀ ਉਸ ਪੱਧਰ ਤੇ ਸੀ ਜਿਸ ਪੱਧਰ ਦੇ ਉੱਤੇ ਸਭ ਬਦਲਾਅ ਤੁਹਾਡੇ ਸਹਿਮਤੀ ਤੋਂ ਬਿਨਾਂ ਨਹੀਂ ਸੀ ਹੋ ਸਕਦੇ। ਕੀ ਤੁਸੀਂ ਭਵਿੱਖ ਨੂੰ ਫੋਰਕਾਸਟ ਕਰ ਨਹੀਂ ਸਕੇ, ਉਦਾਂ ਦੇ ਬਣਾ ਨਹੀਂ ਸਕੇ, ਜਾਂ ਤੁਹਾਨੂੰ ਬਣਾਉਣ ਦਿੱਤਾ ਨਹੀਂ ਗਿਆ? ਦੇਖੋ, ਜੇ ਤੁਸੀਂ ਨਿੱਜੀ ਤੌਰ ਤੇ ਕਹੋ ਜੀ ਜੀ, ਤੇ ਨਾਰਦਰਨ ਇੰਡੀਆ ਵਿੱਚ ਗੁਰੂ ਨਾਨਕ ਯੂਨੀਵਰਸਿਟੀ, ਮੈਂ ਪਹਿਲਾਂ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਮੈਂ ਡੀਨ ਕਾਲਜ ਜਾਂਦਾ ਸੀ। ਪੰਜਾਬ ਦੇ ਵਿੱਚ ਵੀ, ਨਾਰਦਰਨ ਇੰਡੀਆ 'ਚ ਵੀ ਪਹਿਲਾ ਜਿਹੜਾ ਸੀ ਉਹ ਯੂਨੀਵਰਸਿਟੀ ਜਾਂ ਕਾਲਜ ਸਨ ਜਿਨ੍ਹਾਂ ਵਿੱਚ ਕੰਪਿਊਟਰ ਐਜੂਕੇਸ਼ਨ ਤੇ ਕਾਮਰਸ ਐਜੂਕੇਸ਼ਨ ਜਿਹੜੀ ਆ ਉਹਨਾਂ ਨੂੰ ਇੰਟਰੋਡਿਊਸ ਕੀਤਾ। ਔਰ ਕੰਪਿਊਟਰ ਐਜੂਕੇਸ਼ਨ ਇਸ ਲੈਵਲ ਤੇ ਕੀਤਾ ਕਿ ਲੋਕ ਜਿਹੜੇ ਸਨ ਉਹ ਸਾਊਥ ਵਾਲੇ ਸਮਝਦੇ ਸਨ ਕਿ ਸਾਡੇ ਉੱਥੇ ਅਪਰਚੁਨਿਟੀਜ਼ ਆਏ ਨੇ। ਸਾਰੇ ਦੇ ਸਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏਰੀਏ 'ਚ ਜਿਹੜੇ ਸਨ ਉਹ ਆਉਂਦੇ ਸਨ। ਸੋ ਜੋਬ ਓਰੀਐਂਟਡ ਕੰਪਿਊਟਰ ਐਜੂਕੇਸ਼ਨ ਸਭ ਕੁਝ ਹੈ। ਲੇਕਿਨ ਉਦੋਂ ਬਾਅਦ ਜਿਹੜੇ ਨੇ ਉਸ ਵੇਲੇ ਤੇ ਬੜੇ ਚੰਗੀਆਂ ਕੰਪਨੀਆਂ 'ਚ, ਇਨਫੋਸਿਸ 'ਚ, ਸਤਿਅਮ 'ਚ, ਦੂਜੀਆਂ ਕੰਪਨੀਆਂ 'ਚ ਸਾਰਿਆਂ ਨੂੰ ਰਿਕਰੂਟਮੈਂਟ ਮਿਲੀ। ਜਦੋਂ ਫਿਰ ਥਰੂ ਆਊਟ ਇੰਡੀਆ ਔਰ ਪ੍ਰਾਈਵੇਟ ਐਜੂਕੇਸ਼ਨ ਨਾਲ ਸ਼ੁਰੂ ਹੋਈ, ਦੂਜੀ ਹੋਈ, ਇੰਨੀ ਵੱਡੀ ਗਿਣਤੀ ਜਿਹੜਾ ਨੂੰ ਪੈਦਾ ਹੋਏ, ਉਹ ਇੱਕ ਪਾਸੇ ਉਹ ਗੁਣਾਤਮਕ ਤੌਰ ਤੇ ਵੱਧ ਗਏ, ਗੁਣਾਤਮਕ ਤੌਰ ਤੇ ਘਟਣੇ ਸ਼ੁਰੂ ਹੋ ਗਏ। ਉਹਦੇ ਨਾਲ ਜਿਹੜੀ ਆ ਸਥਿਤੀ ਜਿਹੜੀ ਆ ਹੁਣ ਮਤਲਬ ਕਹਿ ਲਓ ਕਿ ਸਥਿਤੀ ਜਿਹੜੀ ਆ ਉਹ ਵਿਗੜ ਗਈ। ਪਰ ਜੇ ਕੋਈ ਹੁਣ ਵੀ ਟੈਲੈਂਟਡ ਹੈ, ਕਮਿਟਡ ਹੈ, ਨਾਮ ਹੀ ਲਈਏ ਤੇ ਅੰਮ੍ਰਿਤਸਰ ਦੇ ਕੋਲ ਇੱਕ ਪਿੰਡ ਵਿੱਚ ਇੱਕ ਕੁੜੀ ਨੇ ਜਿਹੜੀ IT ਕੰਪਨੀ ਐਸਟੈਬਲਿਸ਼ ਕੀਤੀ। 200 ਤੋਂ ਵੱਧ IT ਐਕਸਪਰਟਸ ਜਿਹੜੇ ਉਹਨੇ ਐਮਪਲਾਈ ਕੀਤੇ ਨੇ। ਲੇਕਿਨ ਉਹਨੇ ਜ਼ਿੰਦਗੀ 'ਚ ਸਟਰਗਲ ਕੀਤੀ ਕਿ ਮੈਂ ਪਿੰਡ 'ਚ ਰਹਿ ਕੇ ਆਪਣੇ ਇੱਥੇ ਕੰਮ ਕਰਨਾ, ਇੱਥੇ ਕੰਪਨੀ ਬਣਨੀ ਹੈ, ਮੈਂ ਨਹੀਂ ਜਾਣਾ ਯੂਰਪ। ਔਰ ਉਹਨੇ ਆਪਣੀ ਫੈਮਿਲੀ ਡਿਸਟਰਬ ਕਰਤੀ ਕਿ ਉਹ ਅਮਰੀਕਾ ਉਹਨਾਂ ਦਾ ਹਸਬੈਂਡ ਜਾਣਾ ਚਾਹੁੰਦਾ ਸੀ। ਸ਼ੀ ਸੈਕਰੀਫਾਈਸਡ। ਸੋ ਅਜਿਹੀ ਸਥਿਤੀ ਦੇ ਵਿੱਚ ਕੋਈ ਲੋਕ ਹੁੰਦੇ ਨੇ, ਕੁਝ ਲੋਕ ਸਕਸੈਸਫੁਲ ਹੈਗੇ ਨੇ। ਨਹੀਂ, ਜੇ ਅਸੀਂ ਕਹੀਏ ਤਾਂ ਮਤਲਬ ਸਾਡੇ ਲਈ ਇੱਕ ਆਦਰਸ਼ ਹੈ। ਬਿਲਕੁਲ ਸਹੀ। ਮਤਲਬ ਅਜੇ ਵੀ ਉਹ ਕਹਿ ਰਹੀ ਮੈਂ ਉਸੇ ਘਰ 'ਚ ਰਹਿ ਰਹੀ ਹਾਂ ਜਿਸ ਘਰ 'ਚ ਮੈਂ ਜੰਮੀ ਪਲੀ ਸੀ। ਤੇ ਜਦੋਂ ਕਿ ਉਸ ਪਿੰਡ ਦੀ ਜਿਹੜੀ ਨੁਹਾਰ ਬਦਲ ਗਈ, ਉੱਥੇ PG ਵੀ ਰਹਿਣ ਲੱਗ ਪਏ, ਦੂਜੇ ਵੀ ਹੋਣ ਲੱਗ ਪਏ। ਔਰ ਅੰਮ੍ਰਿਤਸਰ ਤੋਂ ਤੇ ਆਪਣਾ ਜਲੰਧਰ ਤੋਂ ਬੱਸਾਂ ਭਰ ਕੇ ਜਾਂਦੀਆਂ ਨੇ IT ਐਕਸਪਰਟਸ ਵਾਲੀਆਂ, ਜਿਹੜੀਆਂ ਉਹਨਾਂ ਨੂੰ ਲੈ ਕੇ ਜਾਂਦੇ ਨੇ। ਸੋ ਇਹ ਗੱਲ ਅਪਰਚੁਨਿਟੀਜ਼ ਨੂੰ ਕਈ ਐਕਸਪੈਰੀਮੈਂਟ ਕਰਦੇ ਨੇ, ਕਈ ਕਮਿਟਮੈਂਟ ਨਾਲ ਕਰਦੇ ਨੇ। ਹਰ ਇੱਕ ਕੋਲ ਤੁਸੀਂ ਕਮਿਟਮੈਂਟ, ਅਪਰਚੁਨਿਟੀਜ਼ ਜਾਂ ਦੂਜੀਆਂ ਜਿਹੜੀਆਂ ਨਹੀਂ ਦੇਖ ਸਕਦੇ। ਉਹਨੇ ਵੀ ਬਹੁਤ ਮੁਸ਼ਕਲਾਂ ਦੇ ਵਿੱਚ ਸਕਸੈਸ ਲਈ। ਮੈਂ ਇੱਥੇ ਤੁਹਾਡੇ ਨਾਲ ਨਾ ਇੱਕ ਫਿਕਰਮੰਦ ਮੈਨੂੰ ਹੋਰ ਲੱਗਦਾ ਹੈ ਰੁਝਾਨ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ, ਕਿ ਜਿੱਥੇ ਕਿਤੇ ਵੀ, ਜਿਸ ਵੀ ਸ਼ਹਿਰ ਦੇ ਵਿੱਚ ਬੱਸ ਅੱਡਾ ਹੈ ਕਿਤੇ, ਉਸ ਬੱਸ ਅੱਡੇ ਦੇ ਲਾਗੇ ਛਾਗੇ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ, ਤੁਹਾਨੂੰ ਵੱਡੇ ਵੱਡੇ ਬੋਰਡ ਲੱਗੇ ਮਿਲਣਗੇ, ਆਇਲਟਸ ਕਰ ਲਓ ਸਾਡੇ ਕੋਲ, ਔਰ ਸਾਰੇ ਭਰੇ ਹੋਏ ਨੇ। ਮੈਂ ਜਿੰਨਾ ਕੁ ਮੈਂ ਦੇਖ ਪਾਇਆ ਹਾਂ। ਤੁਹਾਡੀ ਪਾਰਖੂ ਨਜ਼ਰ ਇਸ ਬਾਰੇ ਕਿੱਦਾਂ ਦਾ ਵਿਚਾਰ? ਦੇਖੋ, ਬੜੀ ਕਲੀਅਰ ਗੱਲ, ਮਤਲਬ ਜਿਵੇਂ ਪਹਿਲਾਂ ਕਿਹਾ, ਇਹ ਕੋਈ ਵੀ ਜਿਹੜਾ ਹੈ ਉਹ ਪੜ੍ਹਨ ਲਈ ਨਹੀਂ ਜਾਂਦਾ ਕਿ ਕਿਸੇ ਨਾ ਕਿਸੇ ਢੰਗ ਕੈਨੇਡਾ ਜਿਹੜਾ ਉਹ ਜਾਣਾ। ਦੇਖੋ, ਤੁਸੀਂ ਆਇਲਸ ਦੇ ਸੈਂਟਰ 'ਚ ਦੂਜੀ ਗੱਲ ਵੀ ਬੜੀ, ਜਿਹੜੀ ਪੰਜਾਬ ਲਈ ਵੀ ਇੱਕ ਸੋਸ਼ਲ ਲੈਵਲ ਤੋਂ ਵੀ ਬੜਾ ਵੱਡਾ ਚੁਣੌਤੀ ਬਣ ਰਹੀ ਹੈ ਕਿ ਕੁੜੀਆਂ ਪੜ੍ਹਨ 'ਚ ਜ਼ਿਆਦਾ ਚੰਗੀਆਂ ਨੇ। ਬਿਲਕੁਲ ਸਹੀ। ਕਮਿਟਡ ਨੇ ਮੁੰਡਿਆਂ ਨਾਲੋਂ। ਮੁੰਡੇ ਜਿਹੜੇ ਨੇ, ਪੰਜਾਬੀ ਮੁੰਡੇ ਜਿਹੜੇ ਨੇ, ਉਹ ਗੇੜੀਆਂ ਲਾਉਣ ਵਾਲੇ ਬਣ ਗਏ ਨੇ। ਔਰ ਉਹਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਚੰਗੇ ਬੈਂਡ ਲੈ ਲੈਂਦੀਆਂ ਨੇ। ਚੰਗੇ ਬੈਂਡ ਲੈ ਕੇ ਗਰੀਬ ਘਰਾਂ ਦੀਆਂ ਵੀ ਕੁੜੀਆਂ, ਸਧਾਰਨ ਘਰਾਂ ਦੀਆਂ ਕੁੜੀਆਂ, ਉਹਨਾਂ ਨੂੰ ਫਿਰ ਜਿਹੜੇ ਅਮੀਰ ਘਰਾਂ ਦੇ ਮੁੰਡੇ ਹੁੰਦੇ ਨੇ, ਉਹਨਾਂ ਨੂੰ ਫਿਰ ਕੈਨੇਡਾ ਭੇਜਣ ਲਈ ਉਹ ਉੱਥੋਂ ਐਡਮਿਸ਼ਨ ਲੈਂਦੀਆਂ ਨੇ ਕੁੜੀਆਂ, ਤੇ ਸਪਾਊਸ ਵੀਜ਼ਾ ਲੈ ਕੇ ਨਾਲ ਮੁੰਡੇ ਲੈ ਜਾਂਦੀਆਂ ਨੇ। ਔਰ ਮੁੰਡੇ ਜਾ ਕੇ ਉੱਥੇ ਪੜ੍ਹਦੇ ਨੇ, ਨਹੀਂ ਪੜ੍ਹਦੇ, ਨੌਕਰੀ ਕਰਦੇ ਨੇ, ਨਹੀਂ ਕਰਦੇ। ਉਹ ਇੱਕ ਵੱਖਰੀ ਮਾਹੌਲ ਦੇ ਵਿੱਚ ਜਿਹੜਾ ਬਣ ਜਾਂਦਾ। ਉਹਦੇ ਨਾਲ ਹੋ ਕੀ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਕੁੜੀਆਂ ਪੜ੍ਹੀਆਂ ਲਿਖੀਆਂ ਜਾ ਰਹੀਆਂ ਨੇ, ਤੇ ਮੁੰਡੇ ਜਿਹੜੇ ਨੇ ਉਹ ਘੱਟ ਪੜ੍ਹੇ ਲਿਖੇ ਜਾ ਰਹੇ ਨੇ ਜਾਂ ਘੱਟ ਕਮਿਟਡ ਜਾ ਰਹੇ ਨੇ। ਔਰ ਉਹ ਇਕੁਇਲਿਬਰਮ ਜਿਹੜਾ ਸਾਰੇ ਦਾ ਸਾਰਾ ਬਦਲ ਰਿਹਾ। ਬਹੁਤ ਸਾਰੇ ਕੇਸ ਨੇ ਇਸ ਮਾਮਲੇ ਦੇ ਵਿੱਚ। ਕਾਸ਼ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਐਡਵਾਂਸ ਕਰਦੀ ਪਈ ਹੈ, ਅੱਗੇ ਵੱਧਦੀ ਪਈ ਹੈ, ਅਸੀਂ 2-4 ਬੰਦਿਆਂ ਨੂੰ ਲਾਈਵ ਵੀ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਉਹਨਾਂ ਦੇ ਬਾਰੇ, ਜਿੱਦਾਂ ਤੁਸੀਂ ਆਪਣੀ ਉਦਾਹਰਣ ਦਿੱਤੀ ਆਪਣੇ ਬੱਚਿਆਂ ਦੀ, ਉਹਨਾਂ ਦੇ ਨਾਲ ਵੀ ਗੱਲ ਕਰਕੇ ਤਾਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਸ਼ਾਇਦ ਬਿਹਤਰ ਬਣਾ ਸਕੀਏ। ਬਹਰਹਾਲ ਹੁਣ ਸਿੱਖਿਆ ਪ੍ਰਣਾਲੀ ਜੋ ਸਾਡੇ ਕੋਲ ਹੈ ਉਹ ਹੈ। ਹੁਣ ਇੱਕ ਨਵੀਂ ਸਿੱਖਿਆ ਪ੍ਰਣਾਲੀ ਦਾ ਰੂਪ ਵੀ ਸਾਡੇ ਸਾਹਮਣੇ ਆ ਗਿਆ ਹੈ, ਜਿਹੜਾ ਕਿ ਸ਼ਾਇਦ ਲਾਗੂ ਵੀ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਉਸ ਸਿੱਖਿਆ ਪ੍ਰਣਾਲੀ ਨਾਲ ਲੱਗਦਾ ਕਿ ਕੁਝ ਸਮੱਸਿਆ ਦਾ ਜਾਂ ਇਹਦਾ ਹੱਲ ਸਾਨੂੰ ਮਿਲੇਗਾ, ਬਦਲ ਮਿਲੇਗਾ। ਉਹਦੇ ਵਿੱਚ ਜਿਹੜੀ ਗੱਲ ਮਿੱਥ ਕੇ ਕੀਤੀ ਸੀ, ਨਿਊ ਐਜੂਕੇਸ਼ਨ ਪਾਲਿਸੀ ਦੀ ਗੱਲ ਤੁਸੀਂ ਕਰੋ, ਉਹਦੇ 2 ਆਸਪੈਕਟਸ ਹਨ।
ਇੱਕ ਤੇ ਸਕਿੱਲ ਡਿਵੈਲਪਮੈਂਟ ਦੀ ਨਾਲ ਗੱਲ ਜਿਹੜੀ ਸੀ ਉਹਦੇ ਵਿੱਚ ਕੀਤੀ ਗਈ। ਠੀਕ ਹੈ। ਦੂਜਾ ਉਹਦੇ ਵਿੱਚ ਇਹ ਹੈ ਕਿ ਇੰਟਰਡਿਸਪਲਿਨਰੀ ਜਿਹੜੀ ਹੈ ਉਹ ਪੜ੍ਹਾਈ ਹੈ ਕਿ ਫੋਰ ਐਗਜ਼ਾਮਪਲ ਤੁਸੀਂ ਇੰਜੀਨੀਅਰਿੰਗ ਕਰਦੇ ਹੋ ਤਾਂ ਤੁਸੀਂ ਹਿਸਟਰੀ ਵੀ ਪੜ੍ਹ ਸਕਦੇ ਹੋ, ਤੁਸੀਂ ਸਾਈਕੋਲੋਜੀ ਵੀ ਪੜ੍ਹ ਸਕਦੇ ਹੋ, ਤੁਸੀਂ ਸੋਸ਼ੀਓਲੋਜੀ ਵੀ ਪੜ੍ਹ ਸਕਦੇ ਹੋ, ਤੁਸੀਂ ਫਿਜ਼ਿਕਸ ਵੀ ਪੜ੍ਹ ਸਕਦੇ ਹੋ। ਉਹ ਜਿਹੜੇ ਬਾਈਂਡਿੰਗ ਸਨ, ਬਾਉਂਡਰੀਆਂ ਬਣਾਈਆਂ ਹੋਈਆਂ ਸਨ, ਉਹ ਬਾਉਂਡਰੀਆਂ ਤੋੜਨ ਦੀ ਗੱਲ ਕਰਦਾ। ਪਰ ਪ੍ਰੈਕਟੀਕਲੀ ਕੀ ਹੁੰਦਾ ਹੈ ਇਹ ਗੱਲ ਨਹੀਂ ਕਹੀ ਜਾ ਸਕਦੀ। ਜੇ ਤੁਸੀਂ ਇੱਕ ਨਿਊ ਐਜੂਕੇਸ਼ਨ ਪਾਲਿਸੀ ਤੋਂ ਪਹਿਲਾਂ ਇੱਕ ਕੋਠਾਰੀ ਕਮਿਸ਼ਨ ਦੀ ਰਿਪੋਰਟ ਆਈ ਸੀ ਜਿਹਦੇ ਵਿੱਚ ਹਾਇਰ ਸੈਕੰਡਰੀ ਸਿਸਟਮ ਜਿਹੜਾ ਸੀ ਇੰਟਰੋਡਿਊਸ ਹੋਇਆ ਸੀ। ਮੈਂ ਉਹਨਾਂ ਵਿਦਿਆਰਥੀਆਂ 'ਚੋਂ ਸੀ ਜਿਹੜਾ ਹਾਇਰ ਸੈਕੰਡਰੀ ਸਿਸਟਮ 'ਚ ਸਭ ਤੋਂ ਪਹਿਲਾਂ ਐਂਟਰ ਕਰਨ ਵਾਲੇ ਬੈਚ 'ਚੋਂ ਸੀ। ਉਸ ਵੇਲੇ ਵੀ ਬੜਾ ਕੁਝ ਸੀ ਉਹਦੇ 'ਚ, ਟੈਕਨੀਕਲ ਐਜੂਕੇਸ਼ਨ, ਕਾਮਰਸ। ਹੁਣ ਉਹ ਐਗਜ਼ਾਮਪਲ ਦੇ ਤੌਰ 'ਤੇ ਦੇਖਿਆ ਹੈ ਤੇ ਕਾਮਰਸ, ਐਗਰੀਕਲਚਰ, ਟੈਕਨੀਕਲ, ਸਾਇੰਸ ਔਰ ਮੈਡੀਕਲ ਤੇ ਨਾਨ ਮੈਡੀਕਲ, ਇਹ ਗਰੁੱਪ ਜਿਹੜੇ ਸਨ ਉਹ ਚੱਲਦੇ ਸਨ। ਜਿਸ ਸਕੂਲ 'ਚ ਮੈਂ ਪੜ੍ਹਦਾ ਸੀ ਉਹ ਸਕੂਲ 'ਚ ਸਾਰੇ ਗਰੁੱਪ ਜਿਹੜੇ ਸਨ ਇੰਟਰੋਡਿਊਸ ਹੋਏ ਸਨ। ਲੇਕਿਨ ਜਦੋਂ ਕਿਹਾ ਕਾਮਰਸ ਕਰ ਲਓ ਜੀ, ਉਹ ਕਹਿੰਦੇ ਜੀ ਹੁਣ ਅਸੀਂ ਕਲਰਕ ਥੋੜ੍ਹਾ ਬਣਨਾ। ਮਤਲਬ ਕਾਮਰਸ ਦੀ ਸੋਚ ਕਲਰਕ ਤੱਕ ਸੀ। ਬਿਲਕੁਲ ਸਹੀ। ਟੈਕਨੀਕਲ ਦੀ ਸੋਚ ਜਿਹੜੀ ਹੈ ਉਹ ਮਿਸਤਰੀ ਤੱਕ ਸੀ। ਸਭ ਅਖੀਰ ਤੇ ਸਾਰੇ ਗਰੁੱਪ ਬੰਦ ਹੋ ਗਏ। ਉਸ ਤੋਂ ਬਾਅਦ ਐਗਰੀਕਲਚਰ ਵਾਲੇ ਕਹਿੰਦੇ ਸੀ ਸਾਨੂੰ ਤੇ ਦੂ ਵੱਧ ਹੁੰਦਾ, ਅਸੀਂ ਕਿਉਂ ਕਰਨੀ ਹੈ। ਅਖੀਰ ਤੇ ਦੋ ਹੀ ਰਹਿ ਗਏ, ਇੱਕ ਸਾਇੰਸ ਔਰ ਇੱਕ ਆਰਟਸ। ਸੋ ਅਜਿਹਾ ਟ੍ਰੈਂਡ ਸਾਡਾ ਹੁਣ ਵੀ ਹੈ। ਪਰ ਮੈਨੂੰ ਲੱਗਦਾ ਹੈ ਕਿ ਫਿਰ ਵੀ ਸਾਨੂੰ ਆਸਵੰਦ ਰਹਿਣਾ ਚਾਹੀਦਾ ਹੈ, ਕਿਉਂਕਿ ਜਦੋਂ ਤੱਕ ਤੁਹਾਡੇ ਵਰਗੇ ਰਾਹ ਦਸੇਰੇ ਸਾਡੇ ਨਾਲ ਨੇ, ਸਾਡੇ ਸਿਰ 'ਤੇ ਨੇ, ਮੇਰੇ ਖਿਆਲ ਦੇ ਵਿੱਚ ਰਸਤੇ ਬੰਦ ਨਹੀਂ ਹੋਣਗੇ। ਕਿਤੇ ਨਾ ਕਿਤੇ ਕੋਈ ਨਾ ਕੋਈ ਦਰਵਾਜ਼ਾ ਅਸੀਂ ਲੱਭ ਹੀ ਰਵਾਂਗੇ, ਕੋਈ ਨਾ ਕੋਈ ਰਸਤਾ ਸਾਡੇ ਵਾਸਤੇ ਜ਼ਰੂਰ ਹੋਏਗਾ ਜਿਹਦੇ ਨਾਲ ਅਸੀਂ ਔਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਉਣ ਵਾਲੇ ਸਮੇਂ 'ਚ ਸਾਡਾ ਹੀ ਨਹੀਂ ਬਲਕਿ ਪੂਰੇ ਇਸ ਖਿੱਤੇ ਦਾ ਨਾਮ ਜਿਹੜਾ ਰੌਸ਼ਨ ਕਰ ਸਕੇਗੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਵਸੀ ਜਾਣਕਾਰੀ ਹੈ, ਪਰ ਸਾਡੇ ਕੋਲ ਸਮਾਂ ਜਿਹੜਾ ਉਹ ਇੰਨਾ ਕੁ ਮੁਕਤਸਰ ਹੈ ਵੀ ਜਿਹਦੇ 'ਚ ਅਸੀਂ ਸਾਰਾ ਕੁਝ ਗਿਆਨ ਨਹੀਂ ਸਮੇਟ ਕੇ ਸਾਡੇ ਦਰਸ਼ਕਾਂ ਤੱਕ ਲਿਆ ਸਕਦੇ। ਪਰ ਫਿਰ ਵੀ ਤੁਸੀਂ ਬਹੁਤ ਕੀਮਤੀ, ਬੇਸ਼ਕੀਮਤੀ ਜਾਣਕਾਰੀ ਔਰ ਬੜੇ ਪੁਖਤਾ ਜਿਹੜੇ ਫੈਕਟ ਨੇ ਉਹਨਾਂ ਦੇ ਨਾਲ ਸਾਡੇ ਨਾਲ ਸਾਂਝੀ ਕੀਤੀ। ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਖੁਦ ਹੀ ਕਰੇਂਦੀ ਯਾਰ ਮਾਟੀ, ਖੁਦ ਹੀ ਕਰੇਂਦੀ, ਖੁਦ ਹੀ ਕਰੇਂਦੀ ਯਾਰ ਮਾਟੀ, ਖੁਦ ਹੀ ਕਰੇਂਦੀ। ਓਏ ਮਾਟੀ ਘੋੜਾ, ਮਾਟੀ ਜੋੜਾ, माटी घोड़ा माटी जोड़ा, माटी दा असवार खुद ही करेंदी, खुद ही करेंदी यार माटी, खुद ही करेंदी, भाई खुद ही करेंदी यार माटी, खुद ही करेंदी। माटी नू मारन लगी, माटी माटी नू मारन लगी, माटी ते हथियार खुद ही करेंदी, खुद ही करेंदी यार माटी, खुद ही करेंदी, खुद ही करेंदी यार माटी, खुद ही करेंदी। माटी बाग बगीचे